ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਪੰਜਾਬ ਵਿੱਚ ਇੱਕ ਪੀਸੀਐਸ ਅਫਸਰ ਨੂੰ ਹੱਥ ਪਿਆ ਤਾਂ ਉਸ ਤੋਂ ਬਾਅਦ ਬੈਠਕਾਂ ਹੋਣ ਲੱਗ ਪਈਆਂ ਪੀਸੀਐਸ ਅਫਸਰ ਐਸੋਸੀਏਸ਼ਨ ਦੀਆਂ, ਤੇ ਉਹਨਾਂ ਨੇ ਚਿੱਠੀ ਜਾਰੀ ਕਰਤੀ ਤੇ ਕਹਿਤਾ ਅਸੀਂ ਸਟ੍ਰਾਈਕ ਤੇ ਚਲੇ ਗਏ ਹਾਂ, ਛੁੱਟੀ ਚਲੇ ਗਏ, ਸਮੂਹਿਕ ਛੁੱਟੀ ਤੇ ਵੱਡੇ ਜਿਹੜੇ ਪਰਚੇ ਵੀ ਲਗਾ ਦਿੱਤੇ ਗਏ ਦਫ਼ਤਰਾਂ ਦੇ ਬਾਹਰ ਕਿ ਅਸੀਂ ਹੁਣ ਵਾਪਸ ਨਹੀਂ ਆਵਾਂਗੇ ਜਦੋਂ ਤੱਕ ਸਰਕਾਰ ਸਾਡੀ ਮੰਨਦੀ ਨਹੀਂ। ਸਰਕਾਰ ਕਹਿੰਦੀ ਸਾਨੂੰ ਮਨਾਉਣਾ ਹੁੰਦਾ। ਸਰਕਾਰ ਨੇ ਇੱਕ ਚਿੱਠੀ ਜਾਰੀ ਕਰਤੀ, ਕਹਿੰਦੇ 2 ਵਜੇ ਤੱਕ ਆ ਜਾਓ ਨਹੀਂ ਤਾਂ ਸਸਪੈਂਡ ਕਰ ਦਾਂਗੇ ਤੇ ਡਿਊਟੀ ਵਿੱਚ ਵੀ ਬ੍ਰੇਕ ਪੈ ਜਾਊਗੀ। ਬਹੁਤ ਸਾਰੇ ਮਸਲੇ ਹੁੰਦੇ ਆ ACR ਦੇ ਵਿੱਚ, ਕੀ ਕੁਝ ਦਰਜ ਹੁੰਦਾ ਤੇ ਨੌਕਰੀ ਦੇ ਵਿੱਚ ਕੀ ਕੁਝ ਜਿਹੜੀਆਂ ਉੱਚ ਅਹੁਦਿਆਂ 'ਤੇ ਜਾਣਾ ਹੁੰਦਾ ਉਹਦੇ ਵਿੱਚ ਕਿਵੇਂ ਬ੍ਰੇਕ ਲੱਗਦੇ। ਬਹੁਤ ਸਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ। ਵਿਰੋਧੀ ਧਿਰਾਂ ਨੇ ਵੱਖਰਾ ਸਵਾਲ ਚੁੱਕਣਾ ਸ਼ੁਰੂ ਕਰਤਾ, ਕਹਿੰਦੇ ਬਲੈਕਮੇਲ ਕੀਤਾ ਜਾ ਰਿਹਾ ਅਫਸਰਾਂ ਨੂੰ। ਬੜੇ ਸਾਰੇ ਸਵਾਲ ਆ ਤੇ ਅਸੀਂ ਇੱਕੋ ਸਵਾਲ ਪੁੱਛਾਂਗੇ, ਬੈਕਫੁੱਟ ਤੇ ਕਿਉਂ ਆਫਿਸਰ? जो बैठक हुई तो बैठक तो बाद क्या की कुछ किया तो छुट्टी तो किमें वापस परते, सारा कुछ पहला सुनना जरूरी है। PCS एसोसीएशन नाल जो मीटिंग किया, जो वादा किया, उसके बेसिस पे आज एसोसीएशन ने जो मास लीव पे जाने का प्रपोजल सी उसनों विथड्रॉ कर लिया। वो इमीडिएटली वो बेशक आज एक आधा घंटे दे विच इमीडिएटली ज्वाइन कर रहे, क्योंकि कुछ लोग बाहर ले स्टेशन दे विच हुंदा तो जान दे विच 1-2 घंटे लग जाते। ਮਾਸ ਕੈਜੂਅਲ ਲੀਵ ਤੇ ਸੀ, ਜਿਸ ਬਾਰੇ ਉਹ ਮਾਸ ਕੈਜੂਅਲ ਲੀਵ ਤਾਂ ਅਸੀਂ ਗਏ ਸੀ ਇਸ ਕਾਰਨ ਕਿ ਕਈ ਅਥਾਰਟੀਆਂ ਨੇ ਆਪਣੀ ਓਵਰ ਸਟੈਪ ਕਰਕੇ ਇਲੀਗਲੀ ਤੇ ਆਰਬਿਟਰੀ ਐਕਟ ਕੀਤਾ ਸੀ ਔਰ ਕੁਝ ਇਨਜਸਟਿਸਿਸ ਜਿਹੜੇ ਸਾਡੇ ਆਫੀਸਰਸ ਨਾਲ ਹੋਏ 2.5 ਤੋਂ 3 ਤੋਂ 5 ਸਾਲ ਪੁਰਾਣੇ ਸੀ। ਕੋਈ ਚੈੱਕ ਐਂਡ ਬੈਲੈਂਸ ਦਾ ਸੀਗਾ। ਪਹਿਲਾਂ ਤਰਸੇਮ ਜੀ ਦਾ ਇੱਕ ਕੇਸ ਸੀਗਾ, ਵੈਸੇ ਤਾਂ ਪੁਰਾਣੀ ਗੌਰਮੈਂਟ 'ਚ ਹੋਇਆ ਸੀਗਾ, ਤੁਹਾਨੂੰ ਪਤਾ ਹੀ ਹੋਣਾ, ਕੱਲ੍ਹ ਦਾ ਚਰਚਾ 'ਚ ਹੈਗਾ ਹੈ। ਉਹਨਾਂ ਦਾ ਕੇਸ ਸੀਗਾ ਮੇਨ ਕਿ ਉਹਨਾਂ ਦੇ ਕੇਸ ਦੇ ਵਿੱਚ ਗਲਤ ਮਤਲਬ ਉਹ ਟਰੈਪ ਹੋ ਗਏ ਸੀਗੇ ਇਮਾਨਦਾਰ ਆਫੀਸਰ ਨੇ ਬਹੁਤ ਜ਼ਿਆਦਾ, ਕਿ ਇੱਕ ਸਿੱਟ ਬੈਠੀ ਸੀਗੀ ਉਹਨਾਂ ਦੇ ਕੇਸ ਵਿੱਚ। ਸਿੱਟ ਨੇ ਮਤਲਬ ਤਰਸੇਮ ਜੀ ਦੇ ਹੱਕ ਵਿੱਚ ਜਿਹੜਾ ਕੀਤਾ ਸੀਗਾ ਵੀ ਹਾਂ ਇਹ ਸਾਰਾ ਕੁਝ ਫੈਬਰੀਕੇਟਡ ਹੋਇਆ ਜਾਂ ਇਸ ਤਰ੍ਹਾਂ ਦਾ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਪੰਜਾਬ ਸਰਕਾਰ ਨਾਲ ਅਫਸਰਾਂ ਦਾ ਰੇੜਕਾ ਮਕਾਉਣ ਦੀ ਇਨਸਾਈਡ ਸਟੋਰੀ ਕੀ ਹੈ? ਇਸੇ ਸਵਾਲ ਤੇ ਬਹਿਸ ਹੋ ਜਿਹੜਾ ਪੈਨਲ ਸਾਡੇ ਨਾਲ ਉਹਨਾਂ ਤੁਹਾਡਾ ਤਾਰਫ ਕਰਾਉਣੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਕਰ ਦੇਵਾਂਗੇ। TR ਸਰੰਗਲ, ਤਿਲਕਰਾਜ ਸਰੰਗਲ ਰਿਟਾਇਰਡ IAS ਨੇ ਤੇ ਬਹੁਤ ਵੱਡੇ ਅਹੁਦਿਆਂ ਤੇ ਰਹੇ ਆ। ਇਹਨਾਂ ਨੂੰ ਪਤਾ ਕਿ ਸਰਕਾਰਾਂ ਕਿਸ ਤਰੀਕੇ ਕੰਮ ਕਰਦੀਆਂ ਤੇ ਅਫਸਰ ਕਿਸ ਤਰੀਕੇ ਕੰਮ ਕਰਦੇ ਆ ਤੇ ਬਹੁਤ ਘੱਟ ਅਫਸਰ ਇਸ ਮੁੱਦੇ ਤੇ ਖੁੱਲ੍ਹ ਕੇ ਬੋਲਣ ਨੂੰ ਤਿਆਰ ਆ। ਸਰੰਗਲ ਸਾਹਿਬ ਹਮੇਸ਼ਾ ਖੁੱਲ੍ਹ ਕੇ ਬੇਬਾਕੀ ਨਾਲ ਬੋਲਣ ਵਾਲੇ ਜਾਣੇ ਜਾਂਦੇ ਆ। ਸਰੰਗਲ ਸਾਹਿਬ ਸ਼ਾਇਦ ਅੱਜ ਵੀ ਬੋਲ ਦੇਣਗੇ। ਸਰੰਗਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਰ। ਧੰਨਵਾਦ ਜੀ, ਧੰਨਵਾਦ ਕੇਪੀ ਜੀ। ਮੇਜਰ RPS ਮਲਹੋਤਰਾ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ। ਮੇਜਰ RPS ਮਲਹੋਤਰਾ ਦੀ ਪਾਰਟੀ ਹੈ ਜਿਹੜੀ ਉਹਨਾਂ ਨੇ ਸਿੱਧੀ ਕੁਰਕੀ ਵੱਟੀ, ਕਹਿੰਦੇ ਕਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਤੇ ਇਹਨਾਂ ਤੋਂ ਸਵਾਲ ਜਵਾਬ ਜ਼ਰੂਰ ਹੋਣਗੇ। ਮੇਜਰ ਮਲਹੋਤਰਾ ਤੁਹਾਡਾ ਬਹੁਤ ਸਵਾਗਤ ਹੈ ਸਰ। ਥੈਂਕ ਯੂ। ਲੋਕੇਸ਼ ਨਾਰੰਗ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਇਹਨਾਂ ਨੂੰ ਪਤਾ ਕਿ ਅਫਸਰ ਕਿਸ ਤਰੀਕੇ ਕੰਮ ਕਰਦੇ ਆ, ਪਰ ਇਹਨਾਂ ਦੀ ਪਾਰਟੀ ਨੇ ਇੱਕ ਵੱਖਰੀ ਲਾਈਨ ਅਖਤਿਆਰ ਕੀਤੀ, ਕਹਿੰਦੇ ਬਲੈਕਮੇਲ ਕੀਤਾ ਜਾ ਰਿਹਾ ਅਫਸਰਾਂ ਨੂੰ ਤੇ ਸੂਬੇ ਭਰ ਵਿੱਚ ਮੋਰਚਾ ਵੀ ਖੋਲ੍ਹ ਦਿੱਤਾ ਇਹਨਾਂ ਨੇ। ਨਾਰੰਗ ਸਾਹਿਬ ਤੋਂ ਸਮਝਾਂਗੇ ਹੁਣ ਮੋਰਚੇ ਦਾ ਮਤਲਬ ਹੈ ਕੀ ਹੈ। ਨਾਰੰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਰ। ਥੈਂਕ ਯੂ ਸਰ। ਰਾਜੂ ਵਿਲੀਅਮ ਸੀਨੀਅਰ ਜਰਨਲਿਸਟ ਨੇ। ਰਾਜੂ ਵਿਲੀਅਮ ਵਿਜੀਲੈਂਸ ਦੀ ਕਾਰਵਾਈ ਨੂੰ ਬਹੁਤ ਨੇੜਿਓਂ ਦੇਖਦੇ ਆ ਤੇ ਇਹਨਾਂ ਦੇ ਇਲਾਕੇ ਤੋਂ ਹੀ ਉਹ ਅਫਸਰ ਚੱਕਿਆ ਸੀਗਾ ਜਿਹਦੇ ਕਾਰਨ ਇਹ ਸਾਰਾ ਬਖੇੜਾ ਖੜਾ ਹੋਇਆ। ਰਾਜੂ ਵਿਲੀਅਮ ਨੂੰ ਉਸ ਅਫਸਰ ਬਾਰੇ ਵੀ ਪਤਾ ਤੇ ਵਿਜੀਲੈਂਸ ਕੀ ਕਰਦੀ ਹੈ, ਵਿਜੀਲੈਂਸ ਨੇ ਪ੍ਰੋਪਰ ਚੈਨਲ ਕਾਰਵਾਈ ਕੀਤੀ ਸੀ ਜਾਂ ਨਹੀਂ ਕੀਤੀ ਸੀ, ਉਹ ਵੀ ਰਾਜੂ ਵਿਲੀਅਮ ਨੂੰ ਹੋ ਸਕਦਾ ਸ਼ਾਇਦ ਇਨਸਾਈਡ ਸਟੋਰੀ ਪਤਾ ਹੋਵੇ। ਰਾਜੂ ਵਿਲੀਅਮ ਤੁਹਾਡਾ ਬਹੁਤ ਸਵਾਗਤ ਹੈ ਸਰ। ਮਿਹਰਬਾਨੀ ਜੀ, ਸ਼ੁਕਰੀਆ। ਪਹਿਲਾ ਸਵਾਲ ਮਲਹੋਤਰਾ ਸਾਹਿਬ ਤੁਹਾਨੂੰ ਕਰਨਾ ਚਾਹੁੰਦਾ। ਮਲਹੋਤਰਾ ਸਾਹਿਬ ਗੱਲ ਟੁੱਟੀ ਕਿਵੇਂ ਸੀ ਤੇ ਬਣੀ ਕਿਵੇਂ? ਦੇਖੋ ਜੀ, ਸਿੱਧੀ ਜੀ ਗੱਲ ਹੈ, ਸਾਡੀ ਸਰਕਾਰ ਦਾ ਸਟੈਂਡ ਬਿਲਕੁਲ ਸਪਸ਼ਟ ਹੈਗਾ ਕਿ ਇਮਾਨਦਾਰਾਂ ਨੂੰ ਡਰਨ ਦੀ ਲੋੜ ਨਹੀਂ, ਬੇਈਮਾਨਾਂ ਨੂੰ ਅਸੀਂ ਛੱਡਣਾ ਨਹੀਂ ਔਰ ਜਿਹੜੇ ਬੇਈਮਾਨਾਂ ਦਾ ਸਾਥ ਦੇਣਗੇ ਉਹ ਆਪਣੀ ਖੈਰ ਨਾ ਸਮਝਣ। ਸਿੱਧੀ ਜੀ ਗੱਲ ਹੈਗੀ ਹੈ, ਜਿਹੜੇ ਬਿਨਾਂ ਮਤਲਬ ਤੋਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ हैं, ਆਪਣੀ ਡਿਊਟੀ ਨਹੀਂ ਕਰ ਰਹੇ ਔਰ ਇੱਕ ਕਰਪਟ ਬੰਦੇ ਦਾ ਸਾਥ ਦੇ ਰਹੇ हैं, तो ਕੋਈ ਵੀ ਮਰਸੀ ਜਿਹੜੀ ਹੈ ਉਹ ਡਿਜ਼ਰਵ ਨਹੀਂ ਕਰਦੇ। ਔਰ ਪੰਜਾਬ 'ਚ ਤੁਸੀਂ ਦੇਖੋ ਕਿ ਭ੍ਰਿਸ਼ਟਾਚਾਰ ਨੇ ਹੀ ਪੰਜਾਬ ਦਾ ਇੰਨਾ ਬੁਰਾ ਹਾਲ ਕੀਤਾ ਹੈ, ਖਜ਼ਾਨਾ ਖਾਲੀ ਹੋ ਗਿਆ ਹੈ ਤੇ 3 ਲੱਖ ਕਰੋੜ ਦਾ ਕਰਜ਼ਾ ਚੜਿਆ ਪਿਆ ਹੈ। ਸੋ ਭ੍ਰਿਸ਼ਟਾਚਾਰ ਨੂੰ ਹੀ ਖਤਮ ਕਰਨ ਲਈ ਸਾਡੀ ਪਾਰਟੀ ਦਾ ਜਨਮ ਹੋਇਆ ਹੈ ਔਰ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਦੇ। ਆਪੋਜੀਸ਼ਨ ਤਾਂ ਕਹਿੰਦੀ ਤੁਸੀਂ ਬਲੈਕਮੇਲ ਕਰ ਰਹੇ ਹੋ ਅਫਸਰਾਂ ਨੂੰ। ਇਹ ਤਾਂ ਦੇਖੋ ਬੜੇ ਸ਼ਰਮ ਦੀ ਗੱਲ ਹੈ ਕਿ ਇਹੋ ਜੀ ਗੱਲ ਇਹਨਾਂ ਨੂੰ ਕਰਨੀ ਇਹਨਾਂ ਨੇ ਕੀਤੀ ਹੈਗੀ ਹੈ, ਸ਼ਰੇਆਮ ਨਜ਼ਰ ਆ ਰਿਹਾ ਔਰ ਬੜਾ ਹੀ ਯਾਨੀ ਕਿ ਅਨਫੋਰਚੂਨੇਟ ਸਟੈਂਡ PCS ਆਫਿਸਰਸ ਐਸੋਸੀਏਸ਼ਨ ਨੇ ਲਿੱਤਾ ਹੈਗਾ ਔਰ ਮੈਂ ਮਹਿਸੂਸ ਕਰਦਾ ਕਿ ਉਹ ਇਸ ਦੇ ਨਾਲ ਪੂਰੀ PCS ਕਮਿਊਨਿਟੀ ਦੀ ਸਾਖ ਨੂੰ ਵੀ ਧੱਬਾ ਲੱਗਿਆ ਹੈਗਾ ਔਰ ਕਿਸੇ ਵੀ ਦੇਸ਼ ਨੂੰ ਪਿਆਰ ਕਰਨ ਵਾਲੇ, ਸਮਾਜ ਦਾ ਭਲਾ ਚਾਹਣ ਵਾਲੇ ਵਿਅਕਤੀ ਨੂੰ ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ। ਨਾਰੰਗ ਸਾਹਿਬ ਤੁਸੀਂ ਕਿਉਂ ਕਿਹਾ ਵੀ PCS ਅਫਸਰਾਂ ਨਾਲ ਧੱਕਾ ਕਰ ਰਹੀ ਹੈ ਸਰਕਾਰ?
देखो केपी जी, ऐसा है कि जो भी पिछले 3-4 दिन तो सूबे ਚ ਆਪਾਂ ਸਾਰੇ ਨੂੰ ਬੜੀ ਕਰੀਬੀ ਤਰੀਕੇ ਨਾਲ ਦੇਖ ਰਹੇ ਹਾਂ। ਭ੍ਰਿਸ਼ਟਾਚਾਰ ਦੇ ਵਿਰੁੱਧ ਭਾਰਤੀ ਜਨਤਾ ਪਾਰਟੀ ਦਾ ਜ਼ੀਰੋ ਟੋਲਰੈਂਸ ਹੈ। ਇੱਕ ਅਬਾਊਟ ਇੰਡੀਆ ਭਾਰਤੀ ਜਨਤਾ ਪਾਰਟੀ ਦੀ ਪਾਲਿਸੀ। ਜਿਹੜਾ ਆਦਮੀ ਭ੍ਰਿਸ਼ਟ ਹੈ ਉਹਨੂੰ ਭ੍ਰਿਸ਼ਟਾਚਾਰ ਦੀ ਸਜ਼ਾ ਮਿਲਣੀ ਚਾਹੀਦੀ ਹੈ, ਪਰ ਇਹ ਪੈਮਾਨਾ ਸਭ ਤੇ ਬਰਾਬਰ ਲਾਗੂ ਹੋਣਾ ਚਾਹੀਦਾ। ਉਹਦਾ ਇਹ ਮਤਲਬ ਨਹੀਂ ਹੈ ਕਿ ਫੌਜਾ ਸਿੰਘ ਸਰਾਰੀ ਖੁੱਲ੍ਹੇਆਮ ਘੁੰਮੇ के खिलाफ वीडियो भी आ, ऑडियो भी है, सबूत भी आ। इन्होंने दूसरे विधायक पठान माजरा साहब उन्होंने तो कोई कुछ ना कह सके क्योंकि वो सरकार के मुद्दे आ, क्योंकि अफसर तो जिन्होंने दिल करेंगे वो टारगेट करेंगे। दूसरा जो केपी ਅਸੀਂ देख रहे हैं ਅਸੀਂ भ्रष्टाचार के बिल्कुल खिलाफ आ। ਨਹੀਂ ਨਹੀਂ ਨਾਰਾ ਸਾਹਿਬ ਫਿਰ ਸਪਸ਼ਟ ਕਰੋ ਨਾ, ਤੁਸੀਂ ਅਫਸਰਾਂ ਦੇ ਬਹਾਨੇ ਸਰਾਰੀ ਨਿਸ਼ਾਨੇ ਤੇ ਤੁਹਾਡੇ, ਸਿੱਧਾ ਕਹੋ ਨਾ। ਮੈਨੂੰ ਗੱਲ ਕੰਪਲੀਟ ਕਰ ਲੈਣ ਦਿਓ। ਹਾਂ ਬੋਲੋ। ਜਿੱਥੇ ਕੰਮ ਕਰਦੇ ਨੇ ਨਾ ਆਪਾਂ, ਜੋ ਪਿਛਲੇ 8-10 ਮਹੀਨੇ ਦਾ ਟਰੈਕ ਰਿਕਾਰਡ 'ਚ ਕੱਢ ਕੇ ਦੇਖੀਏ ਕਿ ਜਿਹੜੇ ਵੀ ਬੰਦੇ ਨੂੰ ਫੜਦੇ ਨੇ ਉਹਨੂੰ ਕੋਰਟ ਤੋਂ ਜ਼ਮਾਨਤ ਮਿਲ ਜਾਂਦੀ ਕਿ ਉਹਦੇ ਖਿਲਾਫ ਕੋਈ ਸਬੂਤ ਨਹੀਂ ਜੁਟਾ ਪਾਉਂਦੇ। ਪਰ ਕਿਤੇ ਨਾ ਕਿਤੇ ਸਾਡਾ ਇਹ ਮੰਨਣਾ ਹੈ ਕਿ ਇਹ ਮਾਮਲਾ ਵੀ ਇਹਨਾਂ ਨੇ ਜਲਦਬਾਜ਼ੀ ਦੇ ਵਿੱਚ ਕਰ ਲਿਆ ਹੈ। ਸਰਕਾਰ ਨੂੰ ਪੂਰੀ ਤਿਆਰੀ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਫਿਰ ਕੋਰਟ ਤੋਂ ਜ਼ਮਾਨਤ ਨਾ ਮਿਲੇ ਔਰ ਪੂਰਾ ਇਨਸਾਫ ਹੋਏ। ਕਿਤੇ ਨਾ ਕਿਤੇ ਸਰਕਾਰ ਜਲਦਬਾਜ਼ੀ ਦੇ ਵਿੱਚ ਫੈਸਲੇ ਕਰਦੀ ਹੈ और ये कैटेगरी दूसरी है, जो बी पार्टी है तो लिए दूसरी है। इन्हों की अपनी पार्टी लिए तो कोई विजिलेंस कोई कानून लागू ही नहीं होता। नारन साहब पीसीएस अफसर एसोसीएशन है जी, वो तो किसी बूते ते उन्होंने स्ट्राइक की सी ना, तो फिर तुसी मना लेंदे भी अपोजिशन तुहाडे नाल खड़ी है, तुसी रहो स्ट्राइक ते। जिहड़े पर्चे लाए सी उन्होंने 13 तरीक तक फिर बैठे रहंदे ना, ना आउंदे ड्यूटी ते। जिहड़े पीसीएस ऑफिसर्स की गल है उहदे बारे अपने नाल सरंगल साहब हैगे ने, रिटायर्ड आईएएस ने, वो ज्यादा बेहतर दस पाएंगे भी वो स्ट्राइक कर सकते ने या नहीं कर सकते। जे कीती है तो क्या उन्होंने इदा धमकी दे के डराया जा सकता? मेरे ख्याल नाल अपने नाल रिटायर्ड आईएएस ने अपन इहदे बारे ज्यादा जान। चलो सरंगल साहब गेंद तुहाडे पाले च आ गई है, तुहाडे ते बाहली लॉबी है, बोलदी नहीं पई, पता नहीं हुण ठंड लगदी पई है। सरंगल साहब ਉਹ ਇਦਾਂ ਹੈ ਜੀ ਕਿ ਜਿੱਥੋਂ ਤੱਕ ਸਟ੍ਰਾਈਕ ਦਾ ਮਸਲਾ ਹੈਗਾ ਉਹ ਹੈ ਕਿ ਦੇਖੋ ਇਹ ਬਹੁਤ ਸਾਰੀਆਂ ਸਾਡੇ ਦੇਸ਼ ਦੇ ਵਿੱਚ ਟ੍ਰੇਡ ਯੂਨੀਅਨ ਐਕਟ, ਹੋਰ ਐਸੋਸੀਏਸ਼ਨ ਐਕਟ ਇੱਕ ਨਿਯਮ ਬਣਿਆ ਹੋਇਆ ਜਿਹਦੇ ਅਧੀਨ ਅਸੀਂ ਜਿਹੜਾ ਹੈਗਾ ਕਲਮ ਛੋੜ ਸਕਦੇ ਆ, ਮਾਸ ਕੈਜੂਅਲ ਲੀਵ ਲੈ ਸਕਦੇ ਆ, ਹੜਤਾਲ ਕਰ ਸਕਦੇ ਆ। ਪਰ ਇਹ ਜਿਹੜੀ ਹੈਗੀ ਹੈ ਪੀਸੀਐਸ ਤੇ ਆਈਐਸ ਜਿਹੜੀ ਇਹ ਸਰਵਿਸਿਜ਼ ਨੇ ਬਹੁਤ ਹਾਈ ਸਰਵਿਸਿਜ਼ ਨੇ। ਮੈਂ ਆਪਣੇ ਪੂਰੇ ਕੈਰੀਅਰ ਦੇ ਵਿੱਚ ਕਦੀ ਇਦਾਂ ਨਹੀਂ ਸੁਣਿਆ ਕਿ ਪੀਸੀਐਸ ਅਫਸਰ ਇਸ ਢੰਗ ਦੇ ਨਾਲ ਮੀਟਿੰਗ ਕਰਕੇ ਬਿਨਾਂ ਕੋਈ ਟਾਈਮ ਦਿੱਤੇ, ਮਤਲਬ ਸਵੇਰੇ ਸ਼ਾਮ ਨੂੰ ਮੀਟਿੰਗ ਕਰਦੇ ਨੇ, ਸਵੇਰੇ ਕਹਿੰਦੇ ਕਿ ਸਾਡਾ ਤਾਂ ਇਹੀ ਨਹੀਂ ਪਤਾ ਕਿ ਕੀਤਾ ਕੀ ਉਹਨਾਂ ਨੇ। ਉਹ ਕਹਿੰਦੇ ਨੇ ਇਹ ਸਾਡੀ ਮਾਸ ਕੈਜੂਅਲ ਲੀਵ ਹੈ, ਸਰਕਾਰ ਕਹਿੰਦੀ ਹੈ ਇਹ ਇਹਨਾਂ ਦੀ ਹੜਤਾਲ ਹੈ। ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਲਫ਼ਜ਼ ਵਰਤੇ ਜਾ ਰਹੇ ਨੇ। ਇਹ ਢੰਗ ਦੇ ਨਾਲ ਸੀਨੀਅਰ ਅਧਿਕਾਰੀਆਂ ਦਾ ਇਦਾਂ ਜਾਣਾ, ਕਿਸੇ ਵੀ ਕਿਸਮ ਦੀ ਹੜਤਾਲ ਕਹੋ ਜਾਂ ਮਾਸ ਕੈਜੂਅਲ ਲੀਵ ਲਓ, ਇਹ ਮੇਰਾ ਖਿਆਲ ਹੈ ਕਿ ਇਹ ਬੜੀ ਇੱਕ ਅਣਸੁਖਾਵੀ ਦੀ ਸਿਚੁਏਸ਼ਨ ਬਣੀ ਹੈ। ਔਰ ਜਿੱਦਾਂ ਮੀਡੀਆ ਦੇ ਵਿੱਚ ਵੀ ਆ ਰਿਹਾ ਕਿ ਅਜਿਹਾ ਕਰਨ ਦੇ ਨਾਲ ਭਲ ਬਣੇਗੀ ਨਹੀਂ, ਬਲਕਿ ਪਿਛਲੇ ਸਾਲ 150-200 ਸਾਲ ਤੋਂ ਜਿਹੜੀ ਸਰਵਿਸ ਆਈਸੀਐਸ ਮੁੜ ਕੇ ਆਈਸੀਐਸ ਤੇ ਸਟੇਟ ਸਿਵਲ ਸਰਵਿਸ ਜਿਹੜੀਆਂ ਬਣੀਆਂ ਨੇ ਉਹਨਾਂ ਦੇ ਮੁਕਾਮ ਨੂੰ ਇਦਾਂ ਜਿਹੜੀ ਹੈ ਢਾਲ ਲੱਗੇਗੀ। ਤੇ ਮੇਰਾ ਖਿਆਲ ਹੈ ਕਿ ਇੰਨੇ ਇਸ ਹੱਦ ਤੱਕ ਜਿਹੜਾ ਹੈਗਾ ਆ ਉਹ ਜਿਹੜਾ ਇਹ ਅਧਿਕਾਰੀਆਂ ਨੂੰ ਨਹੀਂ ਜਾਣਾ ਚਾਹੀਦਾ ਸੀਗਾ। नहीं सरंगल साहब मैनू सर सौखे शब्दों में समझा दो। सरंगल साहब मैनू सौखे शब्दों में समझा दो। सरकार कहती है तुसीं साडी बाह मरोड़न चले जी, सरकार ने उन्हां दी बाह मरोड़ती। देखो जी सरकार तो हमेशा बाह मरोड़दी है, अफसर जिहड़ा हैगा ये सरकार दे मतहत है, आपां नूं समझ लेना चाहिए है। ਜਿਹੜੇ ਅਫਸਰ ਨੇ ਇਹ ਕਿਸੇ ਨਿਯਮਾਂ ਦੇ ਤਹਿਤ ਭਰਤੀ ਕੀਤੇ ਜਾਂਦੇ ਨੇ, ਕੰਡਕਟ ਰੂਲ ਨੂੰ ਫੋਲੋ ਕਰਨਾ ਪੈਂਦਾ ਹੈ ਔਰ ਉਹਨਾਂ ਜਿਹੜੇ ਨਿਯਮ ਨੇ ਉਹਨਾਂ ਦੀਆਂ ਸ਼ਰਤਾਂ ਦੇ ਅਧੀਨ ਹੀ ਕੰਮ ਕਰਨਾ ਜਾਂਦਾ ਹੈ। ਸਰਕਾਰ ਬਹੁਤ ਵੱਡੀ ਹੁੰਦੀ ਹੈ, ਹਾਲਾਂਕਿ ਅਧਿਕਾਰੀ ਵੀ ਖੁਦ ਸਰਕਾਰ ਹੀ ਨੇ, ਲੇਕਿਨ ਸਰਕਾਰ ਨੂੰ ਜਿਹੜਾ ਹੈਗਾ ਜਿਹੜੀ ਸਰਕਾਰ ਹੈ ਪੋਲੀਟੀਕਲ ਜਿਹੜੀ ਐਗਜ਼ੀਕਿਊਟਿਵ ਹੈਗੀ ਆ ਉਹ ਹਮੇਸ਼ਾ ਉਹਦੀ ਸੁਪਰਮੇਸੀ ਹੈ ਔਰ ਰਹੀ ਹੈ। और मैं तो हमेशा कहना कि ऑफिसर कहते हैं कि सानू 17 ਇਹਦੀ ਪ੍ਰੋਟੈਕਸ਼ਨ ਦੇ ਦਿਓ। ਇਹ 17 ਇਹਦੀ ਪ੍ਰੋਟੈਕਸ਼ਨ ਜਾਂ ਹੋਰ ਪ੍ਰੋਟੈਕਸ਼ਨਾਂ ਜਿਹੜੀਆਂ ਚਾਹੇ ਉਹ ਸੈਂਟਰਲ ਲੈਵਲ ਤੇ ਹੈ ਜਿਹੜਾ ਪ੍ਰੀਵੈਂਸ਼ਨ ਐਕਟ ਜਿਹੜਾ ਕਰਪਸ਼ਨ ਐਕਟ ਉਹਦੇ ਵਿੱਚ ਹੈ ਜਾਂ ਸਟੇਟਾਂ ਦੇ ਲੈਵਲ ਤੇ ਜਿਹੜੀਆਂ ਨਿਯਮ ਬਣਾਏ ਗਏ
ਕਮੇਟੀ ਬਣੇਗੀ, ਇਨਕੁਆਇਰੀ ਕਰੂਗੀ, ਫਿਰ ਪਰਚਾ, ਇਹ ਅਫਸਰਾਂ ਦੇ ਹੱਕ 'ਚ ਨਹੀਂ ਜਾਂਦੇ ਹਨ। ਇਹ ਇੱਕ ਹੋਰ ਡਿਸਕ੍ਰਿਸ਼ਨ ਸਰਕਾਰ ਦੇ ਕੋਲ ਚਲੀ ਜਾਂਦੀ ਹੈ ਕਿ ਕਿਸ ਨੂੰ ਅਸੀਂ ਫੜਨਾ ਹੈ ਤੇ ਕਿਸ ਨੂੰ ਨਹੀਂ ਫੜਨਾ। ਠੀਕ ਹੈ। ਅਜਿਹੀ ਮੈਂ ਕਹਿੰਦਾ ਕਿ ਅਜਿਹੇ ਰੂਲ ਡਿਸਕ੍ਰਿਸ਼ਨ ਜਿਹੜੇ ਅਧਿਕਾਰੀ ਸਮਝਦੇ ਕਿ ਸਾਨੂੰ ਇਹ ਬਚਾਉਣ ਵਾਸਤੇ ਨੇ, ਐਕਚੁਅਲੀ ਉਹਨਾਂ ਨੂੰ ਬਚਾਉਣ ਵਾਸਤੇ ਨੇ, ਉਹਨਾਂ ਨੂੰ ਮਾਰਨ ਵਾਸਤੇ ਨੇ, ਕਿਉਂਕਿ ਇਹਦੀ ਸਾਰੀ ਡਿਸਕ੍ਰਿਸ਼ਨ ਪੋਲੀਟੀਸ਼ੀਅਨ ਦੇ ਹੱਥ ਚਲੀ ਜਾਂਦੀ ਹੈ। ਅਸੀਂ ਇੱਕ ਬੰਦੇ ਨੂੰ ਪਹਿਲਾਂ ਫੜਦੇ ਆ, ਉਹਨੂੰ ਫੜ ਕੇ ਜੇਲ੍ਹ ਭੇਜ ਦਿੰਦੇ ਆ, ਤੇ ਮੁੜ ਕੇ ਉਹੀ ਸਰਕਾਰ ਜਿਹੜੀ ਹੈ ਜਦ ਉਹਦਾ ਕੇਸ ਅਦਾਲਤ 'ਚ ਲੱਗਦਾ ਉਹਦੀ ਪਰਮਿਸ਼ਨ ਨਹੀਂ ਦਿੰਦੀ। ਦੈਟ ਮੀਨਸ ਕਿ ਉਹ ਆਫੀਸਰ ਨੂੰ ਟੇਮ ਕਰਨ ਦੀ ਕੋਸ਼ਿਸ਼ ਕਰਦੇ, ਹੋਰ ਕੁਝ ਵੀ ਨਹੀਂ ਹੈਗਾ। ਚਲੋ ਤੇ ਅਜਿਹੀ ਟੇਮਿੰਗ ਜਿਹੜੀ ਹੈਗੀ ਆ, ਸਰੰਗਲ ਸਾਹਿਬ, ਇੱਕ ਬੰਦੇ ਨੂੰ ਗਾਈਡਾਂ ਨਾਪੋਗੇ, ਇੱਕ ਨੂੰ ਨਾਪੋਗੇ, ਤੇ ਇਹ ਆਫੀਸਰ ਨੂੰ ਖੁਦ ਸਮਝ ਲੈਣਾ ਚਾਹੀਦਾ ਕਿ ਅਜਿਹੀਆਂ ਧਾਰਾਵਾਂ ਕਾਨੂੰਨ ਦੇ ਵਿੱਚ ਨਾ ਰੱਖਣ। ਇਹ ਫਰੇਮ ਵੀ ਜਿਹੜੇ ਨੇ, ਅਜਿਹੇ ਰੂਲ ਜਿਹੜੇ ਨੇ, ਇਹ ਚੋਰ ਮੋਦੀ ਰਾਹੀਂ ਅਫਸਰਾਂ ਦੁਆਰਾ ਹੀ ਡਰਾਫਟ ਕੀਤੇ ਜਾਂਦੇ ਨੇ। ਇਹਦਾ ਲਾਭ ਕੋਈ ਨਹੀਂ ਹੋਣਾ। ਸਰੰਗਲ ਸਾਹਿਬ ਇੱਕ ਸਿੰਗਲ ਲਾਈਨਰ ਦੇ ਸਕਦੇ ਹੋ? ਸਰੰਗਲ ਸਾਹਿਬ ਇੱਕ ਸਿੰਗਲ ਲਾਈਨਰ ਦੇ ਸਕਦੇ ਹੋ ਮੈਨੂੰ? ਸਰਕਾਰ ਨੂੰ ਸ਼ਾਬਾਸ਼ੀ ਦੇ ਦਈਏ, ਹੜਤਾਲ ਖਤਮ ਕਰਵਾਤੀ। ਮੈਂ ਕਹਿੰਦਾ ਕਿ ਆਪਾਂ ਨੂੰ ਇਹ ਸ਼ਾਬਾਸ਼ੀ ਲੈਣ ਦੀ ਕਿਸੇ ਨੂੰ ਵੀ ਲੋੜ ਨਹੀਂ ਹੈ। ਆਫੀਸਰ ਦੇ ਨਿਯਮ ਨੇ, ਉਹਨਾਂ ਨੂੰ ਆਪਣੇ ਦਾਇਰੇ 'ਚ ਰਹਿਣਾ ਚਾਹੀਦਾ ਤੇ ਸਰਕਾਰ ਨੂੰ ਆਪਣੇ ਦਾਇਰੇ 'ਚ ਰਹਿਣਾ ਚਾਹੀਦਾ, ਕਿਉਂਕਿ ਕੋਈ ਵੀ ਸਰਕਾਰ ਜਿਹੜੀ ਹੈਗੀ ਹੈ ਉਹ, ਕਿਉਂਕਿ ਸਰਕਾਰ ਲਈ ਦੇਖੋ ਦੋ ਪਹਿਲੂ ਨੇ। ਇੱਕ ਪਾਸੇ ਤਾਂ ਆਫੀਸਰ ਦਬਾਅ ਬਣਾ ਰਹੇ ਨੇ, ਇੱਕ ਪਾਸੇ ਜਿਹੜਾ ਹੈਗਾ ਪੋਲੀਟੀਕਲ ਪਾਰਟੀਆਂ ਬਣਾ ਰਹੀਆਂ ਕਿ ਹੁਣ ਉਹ ਦੇਖੋ ਕਿੱਦਾਂ ਨਿਕਲਦੇ ਹੋ ਤੁਸੀਂ, ਵੀ ਤੁਹਾਡੇ ਅਫਸਰ ਤੇ ਹੜਤਾਲ ਤੇ ਚੱਲ ਗਏ। ਤੇ ਕੀ ਕੋਈ ਸਰਕਾਰ ਇਸ ਸਟੇਜ ਤੇ ਇੱਕ ਨਰਮ ਜਿਹਾ ਵਤੀਰਾ ਵਰਤ ਕੇ ਤੇ ਕਹੇਗੀ ਅਫਸਰ ਨੂੰ ਕਿ ਜੋ ਮਰਜ਼ੀ ਕਰਦੇ ਆਓ, ਮੈਂ ਤੁਹਾਡੇ ਕੇਸ ਵੀ ਵਿਡਰਾ ਕਰਨਾ? ਨਹੀਂ ਕਰ ਸਕਣਾ ਸੀਗਾ। ਸਰਕਾਰ ਕੋਲ ਕੋਈ ਚੁਆਇਸ ਨਹੀਂ ਸੀਗੀ। ਠੀਕ ਸਰਕਾਰ ਨੇ ਜੋ ਕੀਤਾ ਇਹੀ ਇੱਕੋ ਇੱਕ ਰਸਤਾ ਸੀ ਸਰਕਾਰ ਕੋਲ ਜੋ ਉਹਨਾਂ ਨੇ ਕੀਤਾ। ਔਰ ਮੈਂ ਇਹ ਨਹੀਂ ਕਹਾਂਗਾ ਕਿ ਉਹਨਾਂ ਨੇ ਕੋਈ ਸਖਤੀ ਕੀਤੀ ਜਾਂ ਕੋਈ ਧਮਕੀ ਦਿੱਤੀ, ਨਹੀਂ, ਧਮਕੀ ਕੋਈ ਨਹੀਂ ਦਿੱਤੀ। ਉਹਨਾਂ ਨੇ ਵੀ ਨਿਯਮਾਂ ਦੇ ਅਧੀਨ ਹੀ ਇੰਸਟਰਕਸ਼ਨਸ ਅੱਜ ਸੀਐਮ ਸਾਹਿਬ ਨੇ ਜਾਰੀ ਕੀਤੀਆਂ ਨੇ। ਹਾਲਾਂਕਿ ਉਹਨਾਂ ਨਿਯਮਾਂ ਦੇ ਵਿੱਚ ਵੀ ਮੈਨੂੰ ਥੋੜਾ ਜਿਹਾ ਲੱਗਦਾ ਕਿ ਫਿਰ ਇੱਕ ਜਿਹੜੀ ਉਹਦੇ ਚ ਪਾਇਆ ਨਾ ਕਿ ਨੌਨ ਡਾਈਜ਼ ਮੰਨਿਆ ਜਾਏਗਾ, ਨੌਨ ਡਾਈਜ਼ ਤਾਂ ਨਹੀਂ ਹੈ। ਨੌਨ ਡਾਈਜ਼ ਆਪਣੇ ਆਪ ਫਿਰ ਇੱਕ ਅਫਸਰ ਦੇ ਨਾਲ ਜਿਹੜੀ ਹੈ ਨਾ, ਉਹ ਉਹਨਾਂ ਦੇ ਨਾਲ ਥੋੜਾ ਜਿਹਾ ਨਰਮੀ ਵਰਤੀ ਗਈ ਹੈ। ਚਲੋ ਮੈਂ ਇਹ ਤੁਹਾਡੇ ਤੋਂ ਸਵਾਲ ਲੈਣਾ ਵੀ ਸੀਗਾ, ਤੁਸੀਂ ਆਪ ਹੀ ਦੱਸਤਾ ਐਸ ਡਾਈਜ਼ ਨੌਨ। ਮੈਂ ਚਲੋ ਇੱਕ ਬ੍ਰੇਕ ਲੈ ਲਵਾਂ ਸਰੰਗਲ ਸਾਹਿਬ, ਮੈਂ ਬ੍ਰੇਕ ਲੈ ਲਾਂ, ਬ੍ਰੇਕ ਤੋਂ ਬਾਅਦ ਵਾਪਸ ਆਊਂਗਾ। ਰਾਜੂ ਵਿਲੀਅਮ ਕੋਲ ਵੀ ਜਾਵਾਂਗੇ। ਰਾਜੂ ਵਿਲੀਅਮ ਕੋਲੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਵਿਜੀਲੈਂਸ ਨੇ ਪ੍ਰੋਪਰ ਚੈਨਲ 'ਤੇ ਸਾਰੀ ਕਾਰਵਾਈ ਕੀਤੀ, ਪੀਸੀਐਸ ਆਫਿਸਰ ਐਸੋਸੀਏਸ਼ਨ ਨਾਰਾਜ਼ ਕਿਉਂ ਹੋਈ, ਸਰਕਾਰ ਨੇ ਮਨਾ ਕਿਵੇਂ ਲਿਆ? ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਪੰਜਾਬ ਸਰਕਾਰ ਨਾਲ ਅਫਸਰਾਂ ਦਾ ਰੇੜਕਾ ਮਕਾਉਣ ਦੀ ਇਨਸਾਈਡ ਸਟੋਰੀ ਕੀ? ਰਾਜੂ ਵਿਲੀਅਮ, ਇਨਸਾਈਡ ਸਟੋਰੀ ਕੀ ਹੈ ਸਰ? ਕੇਪੀ ਜੀ, ਮਸਲਾ ਜਿਹੜਾ ਹੈਗਾ ਉਹਦਾ ਆਧਾਰ ਇਹ ਬਣਿਆ ਸੀਗਾ, ਨਾ ਹੀ ਆਈਏਐਸ ਆਫੀਸਰਸ ਐਸੋਸੀਏਸ਼ਨ ਔਰ ਨਾ ਹੀ ਪੀਸੀਐਸ ਆਫੀਸਰ ਐਸੋਸੀਏਸ਼ਨ ਨੇ ਇਸ ਗੱਲ ਦੇ ਉੱਤੇ ਕਿੰਤੂ ਪ੍ਰੰਤੂ ਕੀਤਾ ਹੈ ਕਿ ਵੀ ਜੇ ਵੀ ਕੋਈ ਕਰਪਸ਼ਨ ਰਿਲੇਟਡ ਕੋਈ ਐਕਟੀਵਿਟੀ ਹੈਗੀ ਹੈ ਵੀ ਉਹਦੇ ਚ ਨਹੀਂ ਅਸੀਂ ਵਿਚਾਰ ਕਰਦੇ। ਉਹਨਾਂ ਦਾ ਇੱਕੋ ਇੱਕ ਸੀਗਾ ਕਿ ਬਈ ਜੀ ਤਰੀਕਾਕਾਰ ਜਿਹੜਾ ਅਪਣਾਇਆ ਗਿਆ ਹੈਗਾ ਉਹ ਠੀਕ ਨਹੀਂ ਹੈਗਾ। ਔਰ ਉਸ ਤਰੀਕਾਕਾਰ ਦੇ ਵਿੱਚ ਇੱਕ ਸੀਗਾ ਕਿ ਵੀ ਇਹ ਜਿਹੜੇ ਆਫੀਸਰਸ ਹੈਗੇ ਨੇ, ਸਟੇਟ ਸਿਵਲ ਸਰਵਿਸਿਜ਼ ਹੈਗੀਆਂ ਨੇ ਔਰ ਆਲ ਇੰਡੀਆ ਸਿਵਲ ਸਰਵਿਸਿਜ਼ ਹੈ, ਇਹਦੇ ਵਿੱਚ ਹੈਗਾ ਕਿ ਬਈ ਕੰਪੀਟੈਂਟ ਅਥਾਰਟੀ ਉਹ ਸਟੇਟ ਲੈਵਲ ਤੇ ਚੀਫ ਸੈਕਟਰੀ ਹੈਗਾ ਕਿ ਜੀ ਉਹਨਾਂ ਤੋਂ ਇੱਕ ਪਰਮਿਸ਼ਨ ਜਿਹੜੀ ਹੈਗੀ ਹੈ ਉਹ ਨਹੀਂ ਲਈ ਗਈ। ਇਸ ਤਰੀਕੇ ਦੀ ਗੱਲ ਕੀਤੀ ਹੈ। ਜਿਹੜੀ ਮੇਰੀ ਇਨਫੋਰਮੇਸ਼ਨ ਹੈ ਉਹ ਇਹ ਹੈਗੀ ਹੈ ਕਿ ਇਹਨਾਂ ਦੋਨਾਂ ਕੇਸਸ ਦੇ ਵਿੱਚ ਆਈਏਐਸ ਆਫੀਸਰ ਜਿਹੜੇ ਹੈਗੇ ਨੇ ਔਰ ਜਿਹੜੇ ਪੀਸੀਐਸ ਆਫੀਸਰ ਹੈ, ਦੋਨਾਂ ਦੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਬਕਾਇਦਾ ਇਨ ਰਾਈਟਿੰਗ ਕੰਪੀਟੈਂਟ ਅਥਾਰਟੀਜ਼ ਨੂੰ ਇਹਦੇ ਬਾਰੇ ਦੱਸਿਆ ਗਿਆ ਸੀਗਾ। ਦੂਜੀ ਗੱਲ ਇਹ ਹੈਗੀ ਹੈ ਕਿ ਬਈ ਇਹ ਜੋ ਹੋਇਆ ਹੈਗਾ ਉਹਦੇ ਚ ਸਿੱਧਾ ਹੀ ਇਹ ਗੱਲ ਆਉਂਦੀ ਹੈਗੀ ਆ, ਚਾਹੇ ਉਹਨੂੰ ਤੁਸੀਂ ਮਾਸ ਕੈਜੂਅਲ ਲੀਵ ਕਹਿ ਦਿਓ, ਲੇਕਿਨ ਹੈ ਕਿ ਉਹ ਕੰਮ ਜਿਹੜਾ ਹੈਗਾ ਉਹ ਰੁਕਿਆ ਹੈਗਾ। ਤਾਂ ਇਹ ਲੱਗਿਆ ਸਰਕਾਰ ਨੂੰ ਵੀ ਇਹ ਸਾਡੇ ਤੇ ਕੋਈ ਦਬਾਅ ਬਣਾਇਆ ਜਾ ਰਿਹਾ ਹੈਗਾ। ਔਰ ਜਿਹਦਾ ਜ਼ਿਕਰ ਚੀਫ ਸੈਕਟਰੀ ਜਿਹੜੇ ਹੈਗੇ ਨੇ, ਜਿਹੜੀ ਪੀਸੀਐਸ ਅਫਸਰਾਂ ਨੂੰ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਹਵਾਲੇ ਦੇ ਨਾਲ ਜਿਹੜੀ ਚਿੱਠੀ ਕੱਢੀ ਹੈਗੀ ਆ, ਉਹਦੇ ਵਿੱਚ ਉਹਨਾਂ ਨੇ ਦੋ ਸ਼ਬਦ ਵਰਤੇ ਨੇ। ਇੱਕ ਵਰਤਿਆ ਬਲੈਕਮੇਲਿੰਗ ਤੇ ਦੂਜਾ ਹੈਗਾ ਆਰਮ ਟਵਿਸਟਿੰਗ। ਵੀ ਇਹ ਜਿਹੜੀ ਤੁਹਾਡੀ ਕਾਰਵਾਈ ਹੈਗੀ ਹੈ
ਇਹ ਬਾਂਹ ਮਰੋੜਨ ਵਾਲੀ ਹੈ ਸਰਕਾਰ ਨੂੰ, ਔਰ ਦੂਜਾ ਬਲੈਕਮੇਲ ਕਰਨ ਦੀ ਹੈ। ਯਾਨੀ ਕਿ ਦੋਨਾਂ ਸੂਰਤਾਂ ਦੇ ਵਿੱਚ ਦਬਾਅ ਪੈਦਾ ਕਰਨਾ। ਦਬਾਅ ਕਾਹਦੇ ਵਾਸਤੇ ਪੈਦਾ ਕਰਨਾ ਕਿ ਵੀ ਸਾਡਾ ਜਿਹੜਾ ਅਫਸਰ ਫੜਿਆ ਗਿਆ ਹੈਗਾ ਉਹਨੂੰ ਠੀਕ ਗਲਤ ਤੁਸੀਂ ਫੜਿਆ ਗਿਆ, ਜੇ ਗਲਤ ਫੜਿਆ ਗਿਆ ਹੈ ਤਾਂ ਫਿਰ ਕੀ ਇਹਦਾ ਮਤਲਬ ਕੋਈ ਨਿਯਮ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਫਿਰ ਫੜਿਆ ਗਿਆ ਹੈ? ਤਾਂ ਉੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹੈਗਾ ਕਿ ਜਿਹੜਾ ਇਹ ਕਾਰਵਾਈ ਜਿਹੜੀ ਹੈ ਅੰਡਰ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਜਿਹੜੀ ਹੈਗੀ ਹੈ ਉਹ ਹੋਈ ਹੈਗੀ ਹੈ। ਆਮ ਤੌਰ ਦੇ ਉੱਤੇ ਇਹ ਸਮਝਿਆ ਜਾਂਦਾ ਹੈਗਾ, ਜਿਵੇਂ ਹੁਣ ਅਸੀਂ, ਮੈਂ ਪੱਤਰਕਾਰ ਹਾਂ, ਤੁਸੀਂ ਵੀ ਹੈਗੇ ਹੋ, ਸਾਡੇ ਕੋਲੇ ਜਿਹੜੇ ਸਰਕਾਰੀ ਪ੍ਰੈਸ ਨੋਟ ਆਉਂਦੇ ਹੈਗੇ ਜਦੋਂ ਵੀ ਕੋਈ ਫੜਦੇ ਨੇ ਤਾਂ ਉਹਦੇ 'ਚ ਹੁੰਦਾ ਹੈ ਜੀ ਵਿਜੀਲੈਂਸ ਬਿਊਰੋ ਨੇ ਇੱਕ ਟਰੈਪ ਲਾਇਆ ਤੇ ਰਿਸ਼ਵਤ ਲੈਂਦੇ ਰੰਗੇ ਹੱਥੀ ਫੜ ਲਿਆ। ਜਦ ਕਿ ਕਾਨੂੰਨੀ ਤੌਰ ਤੇ ਨਿਯਮਾਂ ਦੇ ਮੁਤਾਬਕ ਇਹ ਹੈਗਾ ਕਿ ਜਿਹੜੀ ਬਰਾਈਬ ਹੈਗੀ ਹੈ ਉਹਨੂੰ ਜਦੋਂ ਤੁਸੀਂ ਡਿਮਾਂਡ ਕਰਦਾ ਉਹ ਆਪਣੇ ਆਪ ਦੇ ਵਿੱਚ ਇੱਕ ਆਫੈਂਸ ਹੈਗਾ, ਔਰ ਉਹਦੇ ਬੇਸ ਦੇ ਉੱਤੇ ਕੇਸ ਜਿਹੜਾ ਉਹ ਰਜਿਸਟਰ ਹੋ ਸਕਦਾ। ਹੁਣ ਜਿਹੜਾ ਪੀਸੀਐਸ ਆਫੀਸਰ ਲੁਧਿਆਣੇ ਆਰਟੀਏ ਵਾਲਾ ਜਿਹੜਾ ਕੇਸ ਹੈਗਾ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਵੀ ਉਹਨਾਂ ਦੇ ਜਿਹੜੇ ਨਾਲ ਸਿਕਿਉਰਿਟੀ ਵਾਲੇ ਸੀਗੇ, ਉਹਨਾਂ ਨੇ ਇੱਕ ਸਰਟਨ ਅਮਾਉਂਟ ਸੀਗਾ ਜਿਹੜਾ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਜੀ ਇੰਨਾ, ਇਹ ਅਸੀਂ ਤਾਂ ਉਹਨਾਂ ਦੇ ਕਹਿਣ ਦੇ ਉੱਤੇ ਇਹ ਲਿਆ ਹੈਗਾ ਤੇ ਇੰਨਾ ਬਚਿਆ ਤੇ ਇੰਨਾ। ਤਾਂ ਉੱਥੇ ਜਾ ਕੇ ਉਹਨਾਂ ਨੂੰ ਜਿਹੜਾ ਅਰੈਸਟ ਜਿਹੜਾ ਕੀਤਾ ਹੈਗਾ ਉਸ ਤੇ ਮੈਨੂੰ ਨਹੀਂ ਲੱਗਦਾ ਹੈਗਾ, ਜਿਹੜੀ ਮੇਰੀ ਜਾਣਕਾਰੀ ਹੈ ਵੀ ਉਹਦੇ ਵਿੱਚ ਕੋਈ ਵਿਜੀਲੈਂਸ ਬਿਊਰੋ ਨੇ ਕੋਈ ਕਾਨੂੰਨ ਤੋਂ ਬਾਹਰ ਜਾ ਕੇ ਜਿਹੜਾ ਹੈਗਾ ਉਹ ਇਹ ਐਕਸ਼ਨ ਲਿਆ ਹੈਗਾ। ਦੂਜੀ ਗੱਲ ਹੈਗੀ ਹੈ ਕਿ ਭਈ ਜੇ ਐਕਸ਼ਨ ਲਿਆ ਹੈਗਾ ਤਾਂ ਉੱਥੇ ਜਾ ਕੇ ਜਦ ਇਕੱਠੇ ਹੁੰਦੇ ਨੇ ਪੂਰੇ ਆਫੀਸਰ ਜਿਹੜੇ ਹੈਗੇ ਨੇ, ਉਹ ਕੀ ਸੰਦੇਸ਼ ਦੇਣਾ ਚਾਹੁੰਦੇ ਨੇ, ਔਰ ਉਹ ਸੰਦੇਸ਼ ਜਿਹੜਾ ਹੈਗਾ ਉਹ ਜਿਹੜੀ ਸਰਕਾਰ ਹੈਗੀ ਹੈ ਉਹਨੇ ਬਿਲਕੁਲ ਸਾਫ਼ ਜ਼ਾਹਿਰ ਕਰਤਾ ਵੀ ਤੁਸੀਂ ਸੰਦੇਸ਼ ਕੀ ਦੇਣਾ ਚਾਹੁੰਦੇ ਆ ਕਿ ਤੁਸੀਂ ਬਲੈਕਮੇਲਿੰਗ ਜਾਂ ਰਾਜੂ ਵਿਲੀਅਮ ਮੈਂ ਸੌਖੇ ਸ਼ਬਦਾਂ ਵਿੱਚ ਸਮਝਣਾ ਚਾਹੁੰਦਾ, ਮੇਰਾ ਦਰਸ਼ਕ ਵੀ ਸੌਖੇ ਸ਼ਬਦਾਂ ਵਿੱਚ ਸਮਝਣਾ ਚਾਹੁੰਦਾ ਹੈ। ਰਾਜੂ ਵਿਲੀਅਮ, ਸਰਕਾਰ ਨੇ ਪੀਸੀਐਸ ਆਫੀਸਰ ਐਸੋਸੀਏਸ਼ਨ ਨੂੰ ਬੁਲਾ ਕੇ ਸਿੱਧੇ ਸ਼ਬਦਾਂ ਵਿੱਚ ਕਹਿਤਾ ਕਿ ਭਾਈ ਤੁਸੀਂ ਗੁਨਾਹਗਾਰ ਦਾ ਸਾਥ ਨਾ ਦਿਓ, ਮੁਲਜ਼ਮ ਹੈ ਉਹ, ਅਸੀਂ ਫੜਿਆ, ਜੇ ਤੁਸੀਂ ਸਾਥ ਦਿਓਗੇ ਕੱਲ ਨੂੰ ਤੁਹਾਡਾ ਨੰਬਰ ਵੀ ਲੱਗ ਸਕਦਾ। ਰਾਜੂ ਵਿਲੀਅਮ ਸਿੱਧੇ ਸ਼ਬਦਾਂ ਵਿੱਚ ਇਹੀ ਕਿਹਾ। ਬਿਲਕੁਲ ਇਹੀ ਹੈਗਾ, ਇੱਕ ਤਰੀਕੇ ਦੀ ਇੱਕ ਵਾਰਨਿੰਗ ਹੈਗੀ ਉਹਨਾਂ ਨੇ ਦਿੱਤੀ। ਮੈਨੂੰ ਲੱਗਦਾ ਕਿ ਮੈਂ ਅੱਜ ਤੱਕ ਕਿਸੇ ਮੁੱਖ ਮੰਤਰੀ ਦੇ ਆਫਿਸ ਚੋਂ ਪੀਸੀਐਸ ਜਿਹੜੇ, ਦੇਖੋ ਆਈਏਐਸ ਤੋਂ ਬਾਅਦ ਪੀਸੀਐਸ ਜਿਹੜੀ ਹੈ ਨੈਕਸਟ ਇੰਪੋਰਟੈਂਟ ਪਾਰਟ ਹੈਗਾ ਜਿਹੜੀ ਐਗਜ਼ੀਕਿਊਟਿਵ ਦਾ ਹੈਗਾ। ਮੈਂ ਤਾਂ ਆਪਣੇ ਕੈਰੀਅਰ 'ਚ 25-27 ਸਾਲ ਦੇ ਕੈਰੀਅਰ 'ਚ 5 ਸਟੇਟਾਂ ਦੇ ਵਿੱਚ ਮੈਂ ਔਰ ਬੜੇ ਨੁਮਾਇਆ ਮੀਡੀਆ ਆਰਗੇਨਾਈਜੇਸ਼ਨ ਲਈ ਕੰਮ ਕੀਤਾ। 5 ਸਟੇਟਾਂ 'ਚ ਮੈਂ ਨਹੀਂ ਕਦੀ ਇਹ ਦੇਖਿਆ ਕਿ ਇਹੋ ਜਿਹੀ ਜਿਹੜੀ ਹੈ ਸਖਤ ਸ਼ਬਦਾਵਲੀ ਜਿਹੜੀ ਹੈਗੀ ਉਹ ਵਰਤੀ ਗਈ ਹੋਵੇ। ਔਰ ਮੈਨੂੰ ਲੱਗਦਾ ਹੈ ਕਿ ਇਹ ਸਖਤ ਸ਼ਬਦਾਵਲੀ ਵਰਤੀ ਵੀ ਇਸ ਕਰਕੇ ਗਈ ਹੈ ਜਦੋਂ ਉਹਨਾਂ ਨੇ ਦੇਖ ਭਾਪ ਲਿਆ ਕਿ ਜਿਹੜਾ ਇਹ ਐਕਸ਼ਨ ਲਿਆ ਗਿਆ ਹੈਗਾ ਉਹ ਬਿਲਕੁਲ ਠੀਕ ਲਿਆ ਗਿਆ ਹੈਗਾ। ਜਿਹੜੇ ਅਫਸਰ ਔਰ ਜਿਹੜੇ ਅਫਸਰਾਂ ਦੇ ਐਸੋਸੀਏਸ਼ਨ ਦਾ ਜਿਹੜਾ ਸਟੈਂਡ ਹੈਗਾ ਉਹ ਕਿਤੇ ਵੀ ਕਾਨੂੰਨੀ ਤੌਰ ਤੇ ਵੀ ਦੂਜੇ ਤਰੀਕੇ ਦੇ ਨਾਲ ਵੀ ਉਹ ਠੀਕ ਨਹੀਂ ਹੈਗਾ। ਉਹ ਸਰਕਾਰ ਨੂੰ ਪਤਾ ਸੀਗਾ ਠੀਕ ਕੀ ਇਹ ਕਰਨਾ। ਜਿਵੇਂ ਤੁਸੀਂ ਦੱਸਿਆ ਹੈਗਾ ਕਿ ਵੀ ਉਹ ਕਹਿੰਦੇ ਸੀ ਵੀ ਅਸੀਂ ਜਾਵਾਂਗੇ ਵੀ ਇੰਨੇ ਦਿਨ ਹੋਊਗਾ, ਉਹ ਬਾਹਰ ਦੇਖ ਕੇ ਲਾ ਦਿੱਤਾ, ਕੋਈ ਕੰਮ ਨਹੀਂ ਹੈਗਾਗਾ। ਤਾਂ ਮੈਨੂੰ ਲੱਗਦਾ ਹੈ ਕਿ ਵੀ ਜੇ ਉਹ ਵਾਪਸ ਆਏ ਨੇ ਤੇ ਉਹ ਇਸ ਗੱਲ ਨੂੰ ਸਮਝਦੇ ਨੇ, ਜਿਹੜੀ ਆਫੀਸਰ ਐਸੋਸੀਏਸ਼ਨ ਉਹ ਸਮਝਦੀ ਹੈ ਕਿ ਅਸੀਂ ਕਿਤੇ ਨਾ ਕਿਤੇ ਠੀਕ ਨਹੀਂ ਹੈਗੇ, ਤਾਂ ਹੀ ਉਹਨਾਂ ਨੇ ਇਹ ਆਪਣਾ ਐਕਸ਼ਨ ਵਾਪਸ। ਸਰੰਗਲ ਸਾਹਿਬ ਤੁਸੀਂ ਇਸ ਗੱਲ ਤੇ ਤਾਂ ਉੱਤੇ ਜਵਾਬ ਨਹੀਂ ਦੇ ਰਹੇਗੇ ਕਿ ਸਰਕਾਰ ਨੂੰ ਸ਼ਾਬਾਸ਼ੀ ਦੇ ਦੇਣੀ ਚਾਹੀਦੀ ਹੈ, ਮੁੱਖ ਮੰਤਰੀ ਨੂੰ ਸ਼ਾਬਾਸ਼ ਦੇਣੀ ਚਾਹੀਦੀ, ਪਰ ਤੁਸੀਂ ਮੈਨੂੰ ਇਹ ਤਾਂ ਦੱਸ ਦਿਓ ਨਾ, ਪੀਸੀਐਸ ਆਫੀਸਰ ਐਸੋਸੀਏਸ਼ਨ ਨੇ ਬੈਕਫੁੱਟ ਤੇ ਇਹ ਸਟੈਂਡ ਲੈ ਲਿਆ ਵੀ ਭਾਈ ਇਹ ਸਾਡੇ ਤੋਂ ਗਲਤੀ ਹੋ ਗਈ, ਹੁਣ ਜੋ ਕਰਨਾ ਤੁਸੀਂ ਕਰੋ, ਸਬ ਜੁਡਿਸ ਮੈਟਰ, ਅਸੀਂ ਨਹੀਂ ਬੋਲਦੇ, ਚੁੱਪ ਕਰਾਂਗੇ, ਬਸ ਸਾਡਾ ਤਾਲ ਵਾਪਸ ਕਰੋ, ਗੱਲ ਖਤਮ ਕਰੋ। ਬੈਕਫੁੱਟ ਤਾਂ ਨਹੀਂ, ਮੈਂ ਤਾਂ ਪਹਿਲੇ ਹੀ ਕਿਹਾ ਕਿਸੇ ਦੂਜੇ ਚੈਨਲ ਤੇ ਵੀ, ਇਹ ਉਸ ਵੇਲੇ ਵੀ ਕਿਹਾ ਸੀਗਾ ਜਦੋਂ ਕਿ ਕੋਈ ਵੀ ਪੋਲੀਟੀਕਲ ਪਾਰਟੀ ਇਹ ਕਹਿਣ ਨੂੰ ਤਿਆਰ ਨਹੀਂ ਸੀਗੀ ਕਿ ਇਹ ਸਟੈਂਡ ਜਿਹੜਾ ਹੈਗਾ ਸੀਨੀਅਰ ਅਧਿਕਾਰੀਆਂ ਦੇ ਪਾਰਟ ਤੇ ਸ਼ੋਭਾ ਨਹੀਂ ਦਿੰਦਾ। ਇਹਦੇ ਨਾਲ ਪੀਸੀਐਸ ਜਿਹੜੀ ਹੈ ਤੇ ਆਈਐਸ ਲੌਬੀ ਦੀ ਸਾਰਿਆਂ ਦੀ ਮੈਂ ਇਕੱਠੀ ਕਹਾਂਗਾ ਸ਼ਾਖ ਡਿੱਗੀ ਹੈ ਕਿ ਆਪਾਂ ਕੋਈ ਆਪਾਂ ਅਸਿਸਟੈਂਟ ਕਲਰਕ ਜਾਂ ਪਟਵਾਰੀ ਤੇ ਨਹੀਂ ਲੱਗੇ ਹੋਏ ਕਿ ਆਪਾਂ ਸ਼ਾਮ ਨੂੰ ਇੱਕ ਫੈਸਲਾ ਕਰੀਏ ਤੇ ਸਵੇਰੇ ਆਪਾਂ ਕੰਮ ਬੰਦ ਕਰ ਦਈਏ। ਉਹਨਾਂ ਵਾਸਤੇ ਵੀ ਨਿਯਮ ਨੇ ਕਿ ਉਹਨਾਂ ਨੇ ਇੱਕ ਨਿਸ਼ਚਿਤ ਸਮੇਂ ਦਾ ਨੋਟਿਸ। ਸਰੰਗਲ ਸਾਹਿਬ ਮੇਰੀ ਕੋਸ਼ਿਸ਼ ਹੁੰਦੀ ਹੈ ਸਿੱਧੇ ਸ਼ਬਦਾਂ ਵਿੱਚ ਗੱਲ ਕੀਤੀ ਹੋਵੇ। ਸਰੰਗਲ ਸਾਹਿਬ ਤੁਸੀਂ ਬੜੇ ਸਪਸ਼ਟ ਲਹਿਜੇ ਵਿੱਚ ਬੋਲਣ ਲਈ ਜਾਣੇ ਜਾਂਦੇ ਹੋ। ਸਰੰਗਲ ਸਾਹਿਬ ਸੋਸ਼ਲ ਮੀਡੀਆ ਤੇ ਇੱਕ ਵੇਵ ਚਲਾਈ ਗਈ ਹੈ, ਕੈਰੋ ਸਾਹਿਬ ਵਰਗੇ ਮੁੱਖ ਮੰਤਰੀ ਆ ਗਏ ਪੰਜਾਬ ਦੇ ਵਿੱਚ, ਬਹੁਤ ਵੱਡਾ ਫੈਸਲਾ ਲੈ ਲਿਆ ਭਗਵੰਤ ਮਾਨ ਨੇ, ਇਹੋ ਜਿਹਾ ਫੈਸਲਾ ਕਿਸੇ ਮੁੱਖ ਮੰਤਰੀ ਨੇ ਲਿਆ, ਅਫਸਰਾਂ ਨੂੰ ਹੁਣ ਪਤਾ ਲੱਗੂਗਾ ਰਿਸ਼ਵਤ ਕਿਵੇਂ ਲਈਦੀ ਹੈ। ਸਰੰਗਲ ਸਾਹਿਬ ਇਹੋ ਜਿਹਾ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਸਰ, ਮੈਂ ਤਾਂ ਸਵਾਲ ਕਰ ਰਿਹਾ ਵਾਰ-ਵਾਰ ਤੁਹਾਨੂੰ।
ਮੇਰਾ ਖਿਆਲ ਹੈ ਕਿ ਦੇਖੋ ਸਰਕਾਰਾਂ ਨੂੰ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਹੈ, ਉਹ ਤਾਂ ਹੈ ਹੀ ਸ਼ਾਬਾਸ਼ ਦੇ ਕਾਬਲ ਹੈ। ਹਾਂ ਮੇਰੀ ਕੋਸ਼ਿਸ਼ ਸ਼ਾਬਾਸ਼ ਲੈ ਕੇ ਸਰਕਾਰ ਕੀ ਕਰੇਗੀ ਇੱਕ ਰਿਟਾਇਰ ਬੰਦੇ ਦੀ। ਜੋ ਵੀ ਐਕਸ਼ਨ ਲਿਆ ਸਰਕਾਰ ਨੇ, ਮੈਂ ਤੇ ਕਹਾਂਗਾ ਬਹੁਤ ਮਾਈਲਡ ਐਕਸ਼ਨ ਹੈ, ਕੋਈ ਏਡੀ ਵੱਡੀ ਗੱਲ ਨਹੀਂ ਹੈ। ਚਲੋ ਜਿਹੜਾ ਉੱਪਰਲਾ ਪਾਰਟ ਹੈ ਜਿਹਦੇ ਚ ਲਿਖਿਆ ਕਿ ਆਰਮ ਟਵਿਸਟਿੰਗ ਹੈ ਜਾਂ ਬਲੈਕਮੇਲਿੰਗ ਹੈ, ਉਹਨੂੰ ਛੱਡ ਦਈਏ ਤੇ ਥੱਲੇ ਐਕਸ਼ਨ ਦੇ ਵਿੱਚ ਤਾਂ ਕੋਈ ਖਾਸ ਗੱਲ ਨਹੀਂ ਹੈ। ਤਾਂ ਰੂਟੀਨ ਦੀਆਂ ਚਿੱਠੀਆਂ ਹੁੰਦੀਆਂ ਨੇ। ਚਲੋ ਕਿ ਵੀ ਚਲੋ ਵਾਪਸ ਆ ਜਾਓ। ਚਲੋ ਮੈਂ ਰੂਟੀਨ 'ਚ ਇੱਕ ਬ੍ਰੇਕ ਲੈ ਲਾਂ, ਫਿਰ ਮੈਂ ਹੋਰ ਆ ਜਾਊਂਗਾ ਤੁਹਾਡੇ ਤੋਂ ਸਮਝਣ ਵਾਸਤੇ। ਮੈਂ ਤੁਹਾਡੇ ਤੋਂ ਸਮਝਣ ਵਾਸਤੇ ਹੀ ਬੈਠਾ ਹੋਇਆ ਅੱਜ। ਪੰਜਾਬ ਸਰਕਾਰ ਅਫਸਰ ਤੇ ਅਲਟੀਮੇਟਮ, ਕਹਾਣੀ ਹੈ ਕੀ ਹੈ, ਇਨਸਾਈਡ ਸਟੋਰੀ ਕੀ ਹੈ, ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਪੰਜਾਬ ਸਰਕਾਰ ਨਾਲ ਅਫਸਰਾਂ ਰੇਡ ਕੰਮ ਮਕਾਉਣ ਦੀ ਇਨਸਾਈਡ ਸਟੋਰੀ ਕੀ। ਨਾਰੰਗ ਸਾਹਿਬ, ਮੈਂ ਇੱਕ ਚੀਜ਼ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹੁੰਦਾ। ਨਾਰੰਗ ਸਾਹਿਬ, ਅਫਸਰਸ਼ਾਹੀ ਸਰਕਾਰ ਚਲਾਉਂਦੀ ਹੈ ਜਾਂ ਸਰਕਾਰ ਅਫਸਰਸ਼ਾਹੀ ਦੇ ਮੁਤਾਬਕ ਚੱਲਦੀ ਹੈ? ਮੈਂ ਦੋਨੋਂ ਸਵਾਲ ਹੀ ਇੱਕੋ ਜਿਹੇ ਆ ਮੇਰੇ ਵੈਸੇ। ਦੇਖੋ ਜਿਹੜੀ ਸਰਕਾਰ ਤਾਂ ਸਰਕਾਰ ਦੀ ਚਲਾਉਣੀ ਹੁੰਦੀ ਆ, ਪਰ ਇਹ ਆ ਵੀ ਉਹਦਾ ਇੱਕ ਅਸੈਂਸ਼ੀਅਲ ਪਾਰਟ ਹੈ ਕਿ ਸਰਕਾਰ ਆਪਾਂ ਆਈਪੀਐਸ ਔਰ ਪੀਸੀਐਸ ਆਈਪੀਐਸ ਇਹਨਾਂ ਸਾਰਿਆਂ ਦੇ ਸਿਰ ਤੇ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਚਲਾਉਂਦੇ ਆ ਤੇ ਸਾਰੇ ਇੱਕ ਸਿਸਟਮ ਦਾ ਪਾਰਟ ਨੇ। ਤੇ ਅੱਜ ਤੱਕ ਤਾਂ ਇਹੀ ਚੱਲਦਾ ਰਿਹਾ। ਉਹਨੂੰ ਬਾਕੀ ਇੱਕ ਗੱਲ ਦਾ ਮੈਂ ਜਵਾਬ ਜ਼ਰੂਰ ਦੇਣਾ ਚਾਹੂੰਗਾ, ਚਾਹੇ ਤੁਸੀਂ ਨਹੀਂ ਪੁੱਛੀ, ਤੁਸੀਂ ਇਹਨਾਂ ਨੂੰ ਸਰੰਗਤ ਸਾਹਿਬ ਨੂੰ ਪੁੱਛਿਆ ਸੀਗਾ ਕਿ ਸੋਸ਼ਲ ਮੀਡੀਆ ਤੇ ਬੜਾ ਹਾਈਪ ਚੱਲ ਰਿਹਾ। ਦੇਖੋ ਉਸ ਕੰਮ 'ਚ ਤਾਂ ਇਹ ਐਕਸਪਰਟ ਆਦਮੀ ਨੇ ਕਿ ਛੋਟੀ ਛੋਟੀ ਗੱਲ ਦਾ ਸੋਸ਼ਲ ਮੀਡੀਆ ਤੇ ਪ੍ਰਚਾਰ ਕਿਵੇਂ ਕਰਨਾ। ਸਰ ਛੋਟੀ ਗੱਲ ਹੈ ਨਾਰੰਗ ਸਾਹਿਬ, ਤੁਸੀਂ ਸੂਬੇ ਭਰ 'ਚ ਮੋਰਚਾ ਖੋਲ੍ਹਤਾ ਨਾ ਖਰਾਬ, ਛੋਟੀ ਗੱਲ ਸੀ, ਫਿਰ ਮੋਰਚਾ ਕਿਉਂ ਖੋਲ੍ਹਿਆ? ਆਪ ਨੇ ਦੱਸਿਆ ਇੱਕ ਮਾਈਲਡ ਜਾਂ ਰੂਟੀਨ ਆਰਡਰ ਆ ਜਿਹੜੇ ਸਰਕਾਰਾਂ ਕਰਦੀਆਂ ਰਹਿੰਦੀਆਂ ਨੇ। ਉਹਦੇ ਲਈ ਕੋਈ ਸੋਸ਼ਲ ਮੀਡੀਆ ਤੇ ਜਾ ਕੇ ਜਿਹਦੇ ਲਈ ਇੱਕ ਪਾਰਟੀ ਐਕਸਪਰਟ ਮੰਨੀ ਜਾਂਦੀ ਆ, ਤੇ ਇਹ ਇਹਨਾਂ ਦੀ ਇੱਕ ਖੂਬੀ ਹੈ। ਮੈਂ ਤਾਂ ਖੂਬੀ ਕਹੂੰਗਾ ਕਿ ਛੋਟੀ ਛੋਟੀ ਗੱਲ ਵੀ ਫੌਜਾ ਸਿੰਘ ਸਰਾਰੀ ਦਾ ਭ੍ਰਸ਼ਟਾਚਾਰ ਨਹੀਂ ਦਿਖਦਾ ਇਹਨਾਂ ਨੂੰ, ਪਰ ਜੇ ਮੁੱਖ ਮੰਤਰੀ ਸਾਹਿਬ ਨੇ ਕੋਈ ਛੋਟੀ ਜਿਹੀ ਚਿੱਠੀ ਕੱਢਤੀ ਤੇ ਉਹਦਾ ਇਹ ਪੂਰਾ ਸੋਸ਼ਲ ਮੀਡੀਆ ਉਹਦੇ ਨਾਲ। ਚਲੋ ਮੈਂ ਤੁਹਾਡਾ ਸਵਾਲ ਲਕੇਸ਼ ਰਾਣਾ ਸਾਹਿਬ, ਮੈਂ ਤੁਹਾਡਾ ਸਵਾਲ ਲੈ ਲੈਣਾ। ਮਲਹੋਤਰਾ ਸਾਹਿਬ, ਬੜਾ ਸਿੱਧਾ ਸਵਾਲ ਹੈ ਬੀਜੇਪੀ ਦਾ। ਜਿਹੜੀ ਭ੍ਰਿਸ਼ਟਾਚਾਰ ਵਿਰੁੱਧ ਤੁਹਾਡੀ ਜ਼ੀਰੋ ਟੋਲਰੈਂਸ ਪਾਲਿਸੀ, ਜਿਹੜੀ ਤੁਸੀਂ ਜਿਹਦਾ ਪ੍ਰਚਾਰ ਬਹੁਤ ਕਰਦੇ ਹੋ, ਉਹਦੇ ਵਿੱਚ ਸਿਰਫ ਅਫਸਰ ਹੀ ਆ ਸਰ? ਤੁਹਾਡੇ ਮੰਤਰੀ ਕਿੱਥੇ ਆ? ਉਹ ਕਹਿੰਦੇ ਸਰਾਰੀ ਸਾਹਿਬ ਨੂੰ ਘਰੋਂ ਭੇਜਤਾ, ਘਰੇ ਭੇਜਤਾ ਤੇ ਕਾਰਵਾਈ ਤੁਸੀਂ ਕੀਤੀ ਕੁਛ ਨਹੀਂ। ਐਵਰੀਬਡੀ ਜਨਾਬ, ਜਿਹੜੇ ਅਸੀਂ ਵਿਜੇ ਸਿੰਗਲਾ ਤੇ ਕਾਰਵਾਈ ਕੀਤੀ ਹੈ, ਉਹ ਨਾਰੰਗ ਸਾਹਿਬ ਦੀ ਪਾਰਟੀ ਨੇ। ਸਰ ਵਿਜੇ ਸਿੰਗਲਾ ਦੀ ਕਾਰਵਾਈ ਕੋਰਟ 'ਚ ਕਿੱਥੇ ਖੜੀ ਹੈ, ਕਿੱਥੇ ਸਟੈਂਡ ਕਰਦੀ ਹੈ ਮਲਹੋਤਰਾ ਸਾਹਿਬ? ਉਹ ਲੀਗਲ ਪ੍ਰੋਸੈਸ ਚੱਲ ਰਿਹਾ, ਜਿੱਥੇ ਵੀ ਖੜੀ ਹੈ, ਠੀਕ ਹੈ, ਉਹ ਲੀਗਲ ਪ੍ਰੋਸੈਸ ਹੈ, ਉਹ ਚੱਲ ਰਿਹਾ ਹੈਗਾ। ਔਰ ਸਾਡੀ ਜ਼ੀਰੋ ਟੋਲਰੈਂਸ ਹੈ, ਚਾਹੇ ਉਹ ਕੋਈ ਸਾਡਾ ਮੰਤਰੀ ਹੋਏ, ਚਾਹੇ ਐਮਐਲਏ ਹੋਏ, ਚਾਹੇ ਅਹੁਦੇਦਾਰ ਹੋਏ, ਚਾਹੇ ਕੋਈ ਅਫਸਰ ਹੋਏ, ਚਾਹੇ ਕੋਈ ਮੁਲਾਜ਼ਮ ਹੋਏ। ਅਸੀਂ ਕਰਪਸ਼ਨ ਖਤਮ ਕਰਨੀ ਹੈਗੀ ਹੈ ਔਰ ਉਸ ਦੇ ਲਈ ਜਿਹੜੇ ਵੀ ਕਦਮ ਚੁੱਕਣੇ ਪੈਣਗੇ ਉਹ ਅਸੀਂ ਚੁੱਕਾਂਗੇ। ਔਰ ਜਿਹੜੇ ਨਾਰੰਗ ਸਾਹਿਬ ਕਹਿ ਰਹੇ ਸੀਗੇ ਕਿ ਵੀ ਛੋਟੀ ਜੀ ਚਿੱਠੀ ਕੱਢਤੀ ਇਹਨਾਂ ਨੇ, ਹਾਂ ਉਵੇਂ ਹੀ ਛੋਟੀ ਜੀ ਚਿੱਠੀ ਹੈਗੀ ਹੈ ਜੀ, ਜਿਵੇਂ ਇਹਨਾਂ ਨੇ ਛੋਟੀ ਜੀ ਚਿੱਠੀ ਕੱਢ ਕੇ 3 ਖੇਤੀ ਕਾਨੂੰਨ ਲਾਗੂ ਕਰਤੇ ਸੀਗੇ ਰਾਤੋਂ ਰਾਤ, ਉਹ ਜੀ ਛੋਟੀ ਜੀ ਚਿੱਠੀ ਹੈਗੀ ਹੈ। ਚਲੋ ਇੱਕ ਮੇਰੀ ਤਕੀਦ ਮੰਨ ਲਓਗੇ ਮਲਹੋਤਰਾ ਸਾਹਿਬ? ਸੋਸ਼ਲ ਮੀਡੀਆ ਦੇ ਸਾਰੇ ਸਵਾਲ ਕਵਰ ਹੋ ਗਿਆ। ਇੱਕ ਸਵਾਲ ਸੋਸ਼ਲ ਮੀਡੀਆ ਤੇ ਹੋਰ ਵੀ ਚੁੱਕਿਆ ਜਾ ਰਿਹਾ। ਤੁਸੀਂ ਪੰਜਾਬੀ ਭਾਸ਼ਾ ਬਾਰੇ, ਪੰਜਾਬੀ ਬੋਲੀ ਬਾਰੇ ਬਹੁਤ ਸਖਤ ਫੈਸਲੇ ਕੀਤੇ ਆ, ਪਰ ਕਹਿੰਦੇ ਚਿੱਠੀ ਅੰਗਰੇਜ਼ੀ ਜਾਰੀ ਕਰਤੀ। ਇਹ ਥੋੜੀ ਜਿਹੀ ਹਦਾਇਤ ਸਰਕਾਰ ਤੱਕ ਪਹੁੰਚਾ ਦਿਓ ਸਰ, ਵੀ ਜਿਹੜੇ ਤੁਸੀਂ ਹੁਕਮ ਕੀਤੇ ਆ ਉਹਦੇ ਮੁਤਾਬਕ ਪੰਜਾਬੀ 'ਚ ਕਰਦੇ ਚਿੱਠੀ, ਤਾਂ ਸੋਸ਼ਲ ਮੀਡੀਆ ਤੁਹਾਡੀ ਹੋਰ ਬੱਲੇ ਬੱਲੇ ਹੋ ਜਾਂਦੀ। ਆਟਾ ਗੁੰਦੀ ਹਿਲਦੀ ਕਿਉਂ? ਹਾਂ ਠੀਕ ਹੈ ਨਾ। ਹੁਣ ਅੰਗਰੇਜ਼ੀ ਜਿਹੜੀ ਪਿਛਲੇ 200 ਸਾਲਾਂ ਤੋਂ ਚੱਲ ਰਹੀ ਹੈ, that is an official language of communication। ਤੇ ਉਹ ਇੱਕਦਮ ਸਰ ਆਟਾ ਗੋਂਦੀ ਹਿਲਦੀ ਕਿਉਂ? ਸਟੇਟ ਜਿਹੜਾ ਰਾਜ ਭਾਸ਼ਾ ਐਕਟ ਹੈਗਾ, ਫਿਰ ਤਾਂ ਉਵੇਂ ਚੱਲੀ ਜਾਂਦਾ ਨਾ ਜਿਵੇਂ ਪਹਿਲਾਂ ਚੱਲਦਾ ਸੀਗਾ। ਫਿਰ ਆਪਾਂ ਸੋਸ਼ਲ ਮੀਡੀਆ ਦੇ ਇਹ ਸਵਾਲ ਵੀ ਨਾ ਲਈਏ, ਬਾਕੀ ਸਵਾਲ ਜਿਹੜੇ ਆਪਾਂ ਲੈ ਰਹੇ ਹਾਂ। KP ਜੀ, practically all the required languages have to be honored। ਠੀਕ ਹੈ, ਉਹਨਾਂ ਨੂੰ ਇਸਤੇਮਾਲ ਕਰਨਾ ਪਏਗਾ। ਕੀ ਭਾਜਪਾ ਨੇ ਕੇਂਦਰ ਚੋਂ ਅੰਗਰੇਜ਼ੀ ਖਤਮ ਕਰਤੀ, ਸਿਰਫ ਹਿੰਦੀ ਲਾਗੂ ਕਰਤੀ? ਨਹੀਂ। ਕੀ ਸਾਡੀ ਜੁਡੀਸ਼ਰੀ ਜਿਹੜੀ ਹੈ ਉਸਨੇ ਅੰਗਰੇਜ਼ੀ ਛੱਡਤੀ? ਚਲੋ ਇਹ ਤੁਸੀਂ ਦਾਵਾ ਕੀਤਾ ਸੀ ਮਲਹੋਤਰਾ ਸਾਹਿਬ, ਮੈਂ ਤਾਂ ਸਵਾਲ ਕਰ ਲਿਆ। ਸੋਸ਼ਲ ਮੀਡੀਆ ਤੇ ਵੀ ਸਵਾਲ ਹੈਗਾ, ਮੈਂ ਤਾਂ ਪੁੱਛ ਲਿਆ ਮਲਹੋਤਰਾ ਸਾਹਿਬ। ਜਿੱਥੇ ਪ੍ਰੈਕਟੀਕਲ ਹੈਗਾ ਉਹ ਅਸੀਂ ਕਰ ਰਹੇ ਹੈਗੇ ਆ, ਔਰ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈਗੀ ਹੈ, ਇਸ ਨੂੰ ਸਭ ਤੋਂ ਉੱਤੇ ਰੱਖਾਂਗੇ ਅਸੀਂ। ਚਲੋ ਐਸ ਡਾਈਜ਼ ਨਨ ਦਾ ਮੀਨਿੰਗ ਵੀ ਔਖਾ ਹੋ ਜਾਂਦਾ ਕੱਢਣਾ। ਹਾਂ ਨਾਰੰਗ ਸਾਹਿਬ, ਕੀ ਕਹਿਣਾ ਚਾਹ ਰਹੇ ਹੋ? ਬੋਲੋ। ਮੈਂ ਮਲਹੋਤਰਾ ਜੀ ਦੀ ਗੱਲ ਦਾ ਇੱਕੋ ਹੀ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਪੀਸੀਐਸ ਅਫਸਰ ਦਾ ਜਿਹੜਾ ਗ੍ਰੀਵੈਂਸ ਜੋ ਮੈਂ ਮੋਟਾ ਸਮਝ ਸਕਿਆ ਉਹ ਇਹ ਹੈ ਕਿ ਜਲਦਬਾਜ਼ੀ 'ਚ ਕਾਰਵਾਈ ਕਰਤੀ। ਉਹ ਆਪਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਤੀ ਮਲਹੋਤਰਾ ਜੀ, ਆਪਣੇ ਮੰਤਰੀ ਨੂੰ ਭ੍ਰਸ਼ਟਾਚਾਰ ਦੇ ਸਬੂਤ ਮਿਟਾਉਣ ਦਾ ਤੁਸੀਂ ਟਾਈਮ ਦੇ ਰਹੇ ਹੋ। 3 ਤੋਂ 4 ਮਹੀਨੇ ਹੋ ਗਏ, ਕਿਆ ਤੁਸੀਂ ਉਹਨੂੰ ਸਬੂਤ ਮਿਟਾਉਣ ਦਾ ਟਾਈਮ ਦੇ ਰਹੇ ਹੋ?
ਤਾਂ ਕਿ ਕੱਲ ਨੂੰ ਜੇ ਤੁਸੀਂ ਉੱਥੇ ਛੋਟੀ ਮੋਟੀ ਨਾਰਾ ਸਾਹਿਬ ਮੈਨੂੰ ਇਹ ਲੱਗਦਾ, ਨਾਰਾ ਸਾਹਿਬ ਮੈਨੂੰ ਇਹ ਲੱਗਦਾ ਅਫਸਰਾਂ ਦੇ ਮੁੱਦੇ ਤੇ ਬੈਕਫੁੱਟ ਤੇ ਤੁਸੀਂ ਆ ਗਏ, ਹੁਣ ਤੁਹਾਡੇ ਕੋਲ ਇੱਕੋ ਹੀ ਮੁੱਦਾ ਵੀ ਅਫਸਰ ਹੀ ਕਿਉਂ ਫੜੇ। ਹਾਂ ਦੇਖੋ ਇਹ ਕੈਂਸਰ ਦੇ ਖਿਲਾਫ ਜਾਂਚ ਚੱਲ ਰਹੀ ਹੈ, ਇਹ ਤਾਂ ਮੰਨਦੇ ਨੇ ਕਿ ਭ੍ਰਸ਼ਟ ਆ। ਹਾਂ ਇੱਕ ਆਫੀਸਰ ਤੁਸੀਂ ਲਿਆ ਕੇ ਅੰਦਰ ਕਰ ਦਿੱਤਾ, ਅਸੀਂ ਉਹਨੂੰ ਡਿਸਪਿਊਟ ਨਹੀਂ ਕਰਦੇ, ਜ਼ੀਰੋ ਟੋਲਰੈਂਸ ਤੁਹਾਡੀ ਮੰਨ ਲਈ। ਇੱਕ ਮਿੰਟ ਮਲਹੋਤਰਾ ਸਾਹਿਬ ਇੱਕ ਮਿੰਟ, ਹਾਂ ਕੇਪੀ ਜੀ ਜਵਾਬ ਲੈ। ਇੱਕ ਭ੍ਰਸ਼ਟ ਅਫਸਰ ਦੇ ਸਪੋਰਟ ਵਿੱਚ ਇੱਕ ਐਸੋਸੀਏਸ਼ਨ ਨੇ ਗਲਤ ਫੈਸਲਾ ਲਿੱਤਾ, ਇਮੋਰਲ ਫੈਸਲਾ ਲਿੱਤਾ, ਔਰ ਦੇਖੋ ਭਾਜਪਾ ਜਿਹੜੀ ਹੈ ਉਸੀ ਐਸੋਸੀਏਸ਼ਨ ਦੀ ਸਪੋਰਟ 'ਚ ਖੜੀ ਹੈ। ਚਲੋ बीजेपी आम आदमी पार्टी दोनों एक मिनट रुक जाओ, दोनों रुक जाओ, दोनों रुक जाओ एक बारी। हाँ राजू विलियम की कहना चाह रहे हो, संक्षेप कहियो प्लीज। ਮੈਂ ਕਹਿਣਾ ਚਾਹੁੰਦਾ ਹੈਗਾ ਕਿ ਬਈ ਜਿਹੜਾ ਇਹ ਪੋਲੀਟੀਕਲੀ ਆਪਸ ਦੇ ਵਿੱਚ ਦੋਨੋਂ ਬੁਲਾਰੇ ਗੱਲ ਕਰਦੇ ਨੇ, ਮੈਂ ਤਾਂ ਕਾਨੂੰਨੀ ਨੁਕਤਾ ਹੈ ਜਿਹੜਾ ਮੈਂ ਪਹਿਲੀ ਆਪਣੀ ਟਿੱਪਣੀ 'ਚ ਵੀ ਕਿਹਾ ਹੈਗਾ ਕਿ ਜਿਹੜੀ ਬਰਾਈਬ ਹੈ ਨਾ ਉਹਨੂੰ ਮੰਗਣਾ ਹੀ ਆਫੈਂਸ ਹੈ ਆਪਣੇ ਆਪ ਦੇ ਵਿੱਚ। ਇਹ ਨਹੀਂ ਹੈਗਾ ਕਿ ਵੀ ਉੱਥੇ ਪੈਸੇ ਐਕਸਚੇਂਜ ਹੋਏ ਹੈ, ਕੇਸ ਸਿੱਧਾ ਰਜਿਸਟਰ ਹੁੰਦਾ ਹੈ, ਇਹ ਹੈ ਕਾਨੂੰਨੀ ਨੁਕਤਾ। ਨਹੀਂ ਫਿਰ ਰਾਜੂ ਵਿਲਿयम जी मंत्री साहब, राजू विलियम जी फिर मंत्री साहब ਤੇ ਕਾਰਵਾਈ ਕਿਉਂ ਨਹੀਂ ਕਰਦੇ? ਨਹੀਂ ਮੈਂ ਉਹੀ ਤਾਂ ਕਹਿ ਰਿਹਾ ਨਾ, ਇਹ ਤਾਂ ਆਪਸ ਦੇ ਵਿੱਚ ਗੱਲ ਕਰਨਗੇ। ਮੈਂ ਜਿਹੜੀ ਗੱਲ ਕਰ ਰਿਹਾ ਹੈਗਾ ਮੈਂ ਤਾਂ ਸਿਰਫ ਕਾਨੂੰਨੀ ਨੁਕਤਾ ਕਿ ਬਰਾਈਬ ਵੀ ਉੱਥੇ ਚਾਹੇ ਇਹਨਾਂ ਦੇ ਮੰਤਰੀ ਜੀ ਉਹਨਾਂ ਨੇ ਪੈਸੇ ਦਸਤੀ ਕੋਈ ਫੜੇ ਨਹੀਂ ਜਾਂ ਹੋਰ ਨਹੀਂ ਹੋਇਆ, ਪਰ ਉਹ ਮੰਗਣਾ ਹੀ ਉਹਨਾਂ ਦਾ ਨਾਮ ਲੈ ਕੇ, ਔਰ ਜਿਹੜੀ ਇਹਨਾਂ ਕੋਲ ਰਿਕਾਰਡਿੰਗ ਜਿਹਦਾ ਹਵਾਲਾ ਦਿੱਤਾ ਸੀ ਮੁੱਖ ਮੰਤਰੀ ਨੇ ਜਦੋਂ ਉਹਨਾਂ ਨੂੰ ਬਰਤਰਫ ਕੀਤਾ ਸੀਗਾ, ਤਾਂ ਉੱਥੇ ਅਫੈਂਸ ਬਣਦਾ ਸੀਗਾ ਕਾਨੂੰਨੀ ਤੌਰ ਤੇ, ਬਿਲਕੁਲ ਠੀਕ ਹੈ। ਇਹ ਬਾਕੀ ਅੱਗੇ ਕਾਨੂੰਨੀ ਚਾਰਾਜੋਈ ਉਹਨਾਂ ਨੂੰ ਵੀ ਕਰਨ ਦਾ ਹੱਕ ਹੈਗਾ, ਉਸ ਜਿਵੇਂ ਆਰਟੀਏ ਇਹਨਾਂ ਨੂੰ ਫੜਿਆ ਇਹਨਾਂ ਨੂੰ ਵੀ ਕਾਨੂੰਨੀ ਚਾਰਾਜੋਈ ਕਰਨ ਦਾ ਹੱਕ ਹੈਗਾ, ਔਰ ਉਹਦੇ ਮੁਤਾਬਕ ਜਿਹੜੇ ਸਬੂਤ ਅਦਾਲਤ 'ਚ ਜਾਂਦੇ ਨੇ ਉਹਦੇ ਉੱਤੇ ਕੀ ਫੈਸਲਾ ਹੁੰਦਾ ਇਹ ਬਾਅਦ ਦੀ ਗੱਲ ਹੈ। ਮਸਲਾ ਇੱਥੇ ਸਿਰਫ ਉਹਨਾਂ ਨੂੰ ਅਰੈਸਟ ਕਰਨ ਦਾ ਹੈਗਾ ਜਾਂ ਫੜਨ ਦਾ ਹੈਗਾ, ਠੀਕ ਹੈ, ਕੇਸ ਰਜਿਸਟਰ ਕਰਨ ਦਾ। ਚਲੋ ਸਰੰਗਲ ਸਾਹਿਬ ਵੈਸੇ ਡਿਬੇਟ ਦਾ ਹਿੱਸਾ ਨਹੀਂ ਹੈ ਸਰ ਇਹ ਸਵਾਲ, ਪਰ ਮੈਂ ਫਿਰ ਵੀ ਪੁੱਛਣ ਦੀ ਆਜ਼ਾਦੀ ਲੈ ਰਿਹਾ ਤੁਹਾਡੇ ਤੋਂ ਸਰੰਗਲ ਸਾਹਿਬ। ਸਰੰਗਲ ਸਾਹਿਬ ਇੱਥੋਂ ਕਈ ਜਿਹੜੇ ਵੱਡੇ ਵੱਡੇ ਅਫਸਰ ਆਈਐਸ ਅਫਸਰ, ਪੀਸੀਐਸ ਅਫਸਰ, ਉਹ ਡੈਪੂਟੇਸ਼ਨ ਸਰ ਕੇਂਦਰ ਵੱਲ ਜਾ ਰਹੇ, ਉਹ ਕਿਉਂ ਜਾ ਰਹੇ ਸਰੰਗਲ ਸਾਹਿਬ? ਕੋਈ ਗੱਲ ਨਹੀਂ, ਉਹ ਦੂਜੇ ਖੇਤ 'ਚ ਜ਼ਿਆਦਾ ਬਹੁਤ ਸੋਹਣਾ ਲੱਗਦਾ ਜਦੋਂ ਉੱਥੇ ਜਾਣਗੇ ਨਾ। ਬਹੁਤ ਸਾਰੇ ਪਹਿਲੇ ਅਫਸਰ ਗਏ, ਪੁਰਾਣੇ ਵੀ ਮੈਨੂੰ ਪਤਾ, ਬਾਅਦ ਜਿਹੜੇ ਬੜੇ ਵੱਡੇ ਉੱਥੇ ਬੜੇ ਐਫੀਸ਼ੀਐਂਟ ਸਨ, ਜਦੋਂ ਉੱਥੇ ਗਏ ਸੀਗੇ ਨਾ ਤੇ ਉੱਥੋਂ ਮੁੜਦੇ ਪੈਣੀ 6 ਮਹੀਨੇ 'ਚ ਵਾਪਸ ਆਏ ਸੀਗੇ। ਉੱਥੇ ਵੀ ਦੇਖੋ ਸਾਡੀ ਨੌਕਰੀ ਇੱਥੇ ਹੈ ਜਾਂ ਉੱਥੇ ਹੈ, ਸਾਨੂੰ ਅੱਛੇ ਢੰਗ ਨਾਲ ਕੰਮ ਕਰਨਾ ਚਾਹੀਦਾ, ਆਪਣਾ ਜਿਹੜਾ ਇੱਕ ਇਮਾਨਦਾਰੀ ਨਾਲ ਕੰਮ ਕਰੋ, ਇੱਥੇ ਜਾਂ ਉੱਥੇ ਕੋਈ ਫਰਕ ਨਹੀਂ ਹੈ, ਸਰਕਾਰ ਇੱਕੋ ਹੀ ਹੈ। ਨਹੀਂ ਸਰੰਗਲ ਸਾਹਿਬ ਕਿਉਂ ਜਾਂਦੇ? ਸਰੰਗਲ ਸਾਹਿਬ ਜਾਂਦੇ ਕਿਉਂ? ਵੈਸੇ ਸਕਿਨ ਸੇਵ ਕਰਨੀ ਹੁੰਦੀ ਹੈ, ਕੋਈ ਚੰਗਾ ਜਿਹਾ ਕੋਨਾ ਲੱਭਦੇ ਆ, ਭਾਈ ਹੁਣ ਆਪੋਜੀਸ਼ਨ ਦੀ ਪਾਰਟੀ ਇੱਥੇ ਸਰਕਾਰ ਬਣਾ ਕੇ ਬਹਿ ਗਈ ਆ, ਆਪਾਂ ਕਿਤੇ ਥੋੜੇ ਖੁੱਡੇ ਲੈਣ ਲੈ ਕੇ ਬਹਿ ਜਾਈਏ ਚੰਗੀ ਜਗ੍ਹਾ ਤੇ। ਤੁਸੀਂ ਸੈਕਟਰ ਗਵਰਨਮੈਂਟ ਜਿਹੜੇ ਸਾਡੇ ਅਧਿਕਾਰੀ ਨੇ ਸਾਡੇ ਸੰਪਰਕ 'ਚ ਰਹਿੰਦੇ ਨੇ, ਉਹ ਕਹਿੰਦੇ ਅਸੀਂ ਉੱਥੇ ਬਹੁਤ ਔਖੇ ਆ, ਇਹ ਕਹਿੰਦੇ ਇੱਥੇ ਬੜੇ ਔਖੇ ਆ। ਮਤਲਬ ਔਖ ਕਿਉਂ ਹੈਗੀ ਹੈ? ਢੰਗ ਨਾਲ ਨੌਕਰੀ ਕਹਿੰਦਾ ਔਖ ਵਾਲੀ ਤਾਂ ਨੌਕਰੀ ਨਹੀਂ, ਇਹ ਤਾਂ ਨੌਕਰੀ ਬੜੀ ਵੱਡੀ ਔਰ ਬੜੀ ਸੌਖੀ ਨੌਕਰੀ ਹੈ। ਔਖ ਤਾਂ ਉਦੋਂ ਹੀ ਆਉਂਦੀ ਹੈ ਜਦੋਂ ਆਪਾਂ ਏਦਾਂ ਦੇ ਉਲਟੇ ਪੁਲਟੇ ਕੰਮ ਕਰਦੇ ਆ, ਔਰ ਪੋਲੀਟੀਸ਼ੀਅਨ ਦੇ ਦਬਾਅ ਦੇ ਵਿੱਚ ਆ ਕੇ, ਜਾਂ ਉਹਦੇ 'ਚ ਸਾਡਾ ਆਪਣਾ ਵੀ ਇੰਟਰਸਟ ਹੁੰਦਾ, ਸਾਰਾ ਮਿਲ ਮਿਲਾ ਕੇ ਆਪਾਂ ਏਦਾਂ ਦੇ ਏਡੇ ਵੱਡੇ ਕੰਮ ਕਰਦੇ ਆ ਜਿਹਦੇ 'ਚ ਸਰਕਾਰ ਨੂੰ 200 400 500 ਕਰੋੜ ਦਾ ਨੁਕਸਾਨ ਹੁੰਦਾ ਹੈ। ਇਹ ਹੁਣ ਇਹ ਤੁਸੀਂ ਸਾਰੇ ਦੇਖੋ, ਚਾਹੇ ਉਹ ਪੋਸਟਮਾਰਟਮ ਸਕਾਲਰਸ਼ਿਪ ਦਾ ਕੇਸ ਸੀਗਾ, ਚਾਹੇ ਉਹ ਇਰੀਗੇਸ਼ਨ ਦਾ ਕੇਸ। ਮੈਂ ਨਹੀਂ ਕਹਿੰਦਾ, ਮੈਂ ਕੋਈ ਜਜਮੈਂਟ ਨਹੀਂ ਦੇ ਰਿਹਾ, ਉਹ ਸਾਰੇ ਦੋਸ਼ੀ ਸਨ, ਲੇਕਿਨ ਉਹ ਕਿੱਥੇ ਗਏ? 7 8 ਸਾਲ ਤੋਂ ਰੁਲਦੇ ਪਏ ਨੇ। ਇੱਕ ਪਾਸੇ ਫੈਸਲਾ ਕਰੋ ਕਿ ਕਰਪਸ਼ਨ ਹੋਇਆ ਜਾਂ ਨਹੀਂ ਹੋਇਆ। ਚਲੋ ਆਪਾਂ ਰੂਲਾਂ ਦੀ ਗੱਲ ਕਰਦੇ ਹਾਂ, ਸਾਰਾ ਇਹ ਦੀ ਗੱਲ ਕਰਦੇ ਆ, ਕਰਪਸ਼ਨ ਦੇ ਮੁੱਦੇ ਵੱਲ ਤੇ ਆਪਾਂ ਨਾ ਅਫਸਰ ਆਉਂਦੇ ਆ ਨਾ ਪੋਲੀਟੀਸ਼ੀਅਨ ਆਉਂਦਾ। ਗੱਲ ਤੇ ਮੁੱਦੇ ਦੀ ਕਰੋ, ਮੁੱਦੇ ਦੀ ਗੱਲ ਕਰਨੀ ਚਾਹੀਦੀ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲੈ ਲਵਾਂ, ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ ਭ੍ਰਿਸ਼ਟਾਚਾਰ ਵਿਰੁੱਧ ਨੀਤੀ ਦੇ ਵਿੱਚ ਅਫਸਰਾਂ ਦਾ ਕੀ ਰੋਲ ਹੁੰਦਾ, ਸਵਾਲ ਇਹ ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਪੰਜਾਬ ਸਰਕਾਰ ਨਾਲ ਅਫਸਰਾਂ ਰੇੜਕਾ ਮੁਕਾਉਣ ਦੀ ਇਨਸਾਈਡ ਸਟੋਰੀ ਕੀ। ਸਰੰਗਲ ਸਾਹਿਬ ਇੱਕ ਹੋਰ ਬੜਾ ਸਧਾਰਨ ਜਿਹਾ ਸਵਾਲ ਮੇਰੇ ਦਿਮਾਗ ਵਿੱਚ ਆ ਰਿਹਾ ਹੈ। ਸਰੰਗਲ ਸਾਹਿਬ ਮਿਸਟਰ ਜੰਜੂਗਾ ਬਹੁਤ ਵੱਡੇ ਅਫਸਰ ਨੇ, ਵੇਨੂ ਪ੍ਰਸਾਦ ਜੀ ਬਹੁਤ ਥਾਵਾਂ ਤੇ ਡੀਸੀ ਰਹੇ ਆ, ਪੁੱਡਾ ਪ੍ਰਸ਼ਾਸਕ ਵੀ ਰਹੇ ਆ, ਐਕਸਾਈਜ਼ ਮਹਿਕਮੇ ਵਿੱਚ ਵੀ ਰਹੇ ਆ, ਉਹਨਾਂ ਦਾ ਬੜਾ ਵੱਡਾ ਨਾਮ ਹੈ। ਇਹਨਾਂ ਦੋਨਾਂ ਲਈ ਬੜੀ ਮੁਸ਼ਕਲ ਸਥਿਤੀ ਪੈਦਾ ਹੋ ਗਈ ਸੀ ਜਦੋਂ ਇਹ ਅਫਸਰ ਸਟ੍ਰਾਈਕ ਤੇ ਚਲੇ ਗਏ। ਇਹਨਾਂ ਨੇ ਕਿਵੇਂ ਹੈਂਡਲ ਕੀਤਾ ਹੋਊਗਾ? ਆਪਦੀ ਹੀ ਲੌਬੀ ਹੈ, ਆਪਦੇ ਅੱਗੇ ਪੇਸ਼ ਹੋਣਾ ਪਿਆ, ਕਿਵੇਂ ਗੱਲ ਕੀਤੀ ਹੋਊਗੀ ਇਹਨਾਂ ਨੇ ਸਰੰਗਲ ਸਾਹਿਬ? ਨਹੀਂ ਮੁਸ਼ਕਲ ਕੋਈ ਨਹੀਂ, ਉਹ ਤਾਂ ਕਹਿੰਦੇ ਕਿ ਅਸੀਂ ਸਟ੍ਰਾਈਕ ਤੇ ਗਏ ਹੀ ਨਹੀਂ, ਉਹ ਕਹਿੰਦੇ ਮਾਸ ਕੈਜੂਅਲ ਲੀਵ ਦਿੱਤੀ ਹੈ
ਤੇ ਦੇਖਣਾ ਇਹ ਹੈ ਕਿ ਮਾਸਕ ਕੈਜੂਅਲ ਲੀਵ ਕਿੰਨੇ ਲੋਕਾਂ ਦੀ ਆਈ ਹੈ ਚੀਫ ਸੈਕਟਰੀ ਸਾਹਿਬ ਦੇ ਕੋਲ, ਕਿਉਂਕਿ ਇਹਨਾਂ ਦੀ ਜਿਹੜੀ ਕੈਜੂਅਲ ਲੀਵ ਹੈ ਉਹ ਮੇਰਾ ਖਿਆਲ ਡਿਵੀਜ਼ਨਲ ਕਮਿਸ਼ਨਰ ਸੈਂਕਸ਼ਨ ਕਰਦੇ ਨੇ ਔਰ ਅਲਟੀਮੇਟਲੀ ਤਾਂ ਚੀਫ ਸੈਕਟਰੀ ਕੋਲ ਆਉਂਦੀ ਹੈ। ਇਹ ਦੇਖਣਾ ਹੋਵੇਗਾ ਕਿ ਕਿੰਨਿਆਂ ਨੇ ਕੀਤੀ ਹੈ। ਲੇਕਿਨ ਸਾਡਾ ਜਿਹੜਾ ਹੈਗਾ ਬਿਊਰੋਕ੍ਰੇਸੀ ਦਾ ਕੋਈ ਫੇਸ ਨਹੀਂ ਹੁੰਦਾ, ਅਸੀਂ ਸਰਕਾਰ ਦੀ ਪਾਲਿਸੀ ਨੂੰ ਹੀ ਲਾਗੂ ਕਰਨਾ ਹੈ, ਚਲੋ ਚਾਹੇ ਅਸੀਂ ਐਸਡੀਐਮ ਬੈਠੇ ਹਾਂ ਤੇ ਚਾਹੇ ਚੀਫ ਸੈਕਟਰੀ ਬੈਠੇ ਹਾਂ। ਠੀਕ ਇਸ ਕਰਕੇ ਕੋਈ ਮੁਸ਼ਕਲ ਆਣੀ ਨਹੀਂ ਚਾਹੀਦੀ, ਇਦਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਣੀ। ਚਲੋ ਰਾਜੂ ਵਿਲੀਅਮ ਜੀ, ਅੰਡਰ ਪ੍ਰੈਸ਼ਰ ਹੋਣਗੇ ਵੇਨੂ ਪ੍ਰਸਾਦ ਤੇ ਮਿਸਟਰ ਜੰਜੂਆ ਹਰੀ? ਨਹੀਂ, ਇਹਦੇ ਚ ਅੰਡਰ ਪ੍ਰੈਸ਼ਰ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ ਜੀ। ਉਹਦੇ ਕਾਰਨ ਬੜੇ ਸਾਫ਼ ਹੈ। ਜਿਵੇਂ ਪਹਿਲਾਂ ਕਿਹਾ ਸੀਗਾ ਕਿ ਜਿਹੜੇ ਪੀਸੀਐਸ ਆਫੀਸਰਸ ਹੈਗੇ ਨੇ ਉਹਨਾਂ ਨੂੰ ਵੀ ਪਤਾ ਸੀਗਾ ਕਿ ਵੀ ਇਹ ਪਤਾ ਕਿਉਂ ਹੋ ਰਿਹਾ ਹੈਗਾ। ਇਹ ਜਿਹੜੀ ਇਹ ਦਬਾਅ ਵਾਲੀ ਜਿਹੜੀ ਹੈਗੀ ਨਾ, ਚਾਹੇ ਉਹ ਬਿਊਰੋਕਰੇਟਸ ਹੋਣ, ਚਾਹੇ ਉਹ ਇਸ ਤੋਂ ਪਹਿਲਾਂ ਮਾਲ ਅਫਸਰਾਂ ਦੀ ਕਿੰਨੀ ਦੇਰ ਸਟ੍ਰਾਈਕ ਰਹੀ ਹੈਗੀ ਆ, ਪਟਵਾਰੀਆਂ ਦੀ ਕਿੰਨੀ ਦੇਰ ਪੂਰੇ ਪੰਜਾਬ 'ਚ ਸਟ੍ਰਾਈਕ ਰਹੀ ਹੈਗੀ। ਸਵਾਲ ਇਹ ਹੈਗਾ ਕਿ ਜੇ ਤੁਸੀਂ ਉਹ ਚਿੱਠੀ ਦੇਖੀਏ ਜਿਹੜੀ ਚੀਫ ਸੈਕਟਰੀ ਸਾਹਿਬ ਨੇ ਕੱਢੀ ਹੈਗੀ, ਉਹਦੇ ਵਿੱਚ ਬਕਾਇਦਾ ਲਿਖਿਆ ਹੈ ਨਾ ਕਿ ਦੋਜ਼ ਹੂ ਆਰ ਨਾਟ ਅਟੈਂਡਿੰਗ देयर ਡਿਊਟੀਜ਼, ਉਹਨਾਂ ਨੇ ਇਹੀ ਕਿਹਾ ਹੈਗਾ ਕਿ ਵੀ ਜਿਹੜੇ ਕੰਮ ਨਹੀਂ ਡਿਊਟੀ ਤੇ ਨਹੀਂ ਜਾ ਰਹੇ ਹੈਗੇ ਉਹਨਾਂ ਵਾਸਤੇ ਹੈਗਾ। ਇਹਦਾ ਮਤਲਬ ਇਹ ਹੈਗਾ ਕਿ ਜਿਵੇਂ ਸਰੰਗਲ ਸਾਹਿਬ ਨੇ ਦੱਸਿਆ ਹੈਗਾ ਕਿ ਡਿਵਕਾਮ ਜਿਹੜਾ ਡਿਵੀਜ਼ਨਲ ਕਮਿਸ਼ਨਰ ਹੁੰਦਾ ਹੈਗਾ ਉਹ ਕਰਦਾ ਹੈਗਾ, ਇਹਨਾਂ ਦੀ ਸੈਂਕਸ਼ਨ ਕਰਦਾ, ਦੂਸਰੇ ਕਈਆਂ ਦੀ ਹੋਣੀ ਕਈਆਂ ਦੀ ਨਹੀਂ ਹੋਣੀ। ਪਰ ਲੇਕਿਨ ਇੱਕ ਪ੍ਰਭਾਵ ਬਣਿਆ ਹੋਇਆ ਸਾਡੇ ਕਿ ਵੀ ਸਰਕਾਰਾਂ ਨੂੰ ਜਦੋਂ ਆਪਾਂ ਇਕੱਠੇ ਹੋ ਜਾਵਾਂਗੇ ਤਾਂ ਸਰਕਾਰ ਦਬਾਅ ਥੱਲੇ ਆ ਜੂਗੀ। ਇਹ ਪਹਿਲਾਂ ਇਹ ਮੈਨੂੰ ਲੱਗਦਾ ਹੈ ਕਿ ਜਿਹੜੀ ਪੀਸੀਐਸ ਆਫੀਸਰ ਐਸੋਸੀਏਸ਼ਨ ਹੈ ਇਹਨਾਂ ਦੇ ਦਿਮਾਗ 'ਚ ਇਹ ਹੈ ਕਿ ਅਸੀਂ ਇਕੱਠੇ ਹੋ ਕੇ ਜਦੋਂ ਕਰਾਂਗੇ ਤਾਂ ਸਰਕਾਰ ਦਬਾਅ 'ਚ ਆ ਕੇ ਗੱਲਬਾਤ ਜਿਵੇਂ ਕਿ ਪਹਿਲਾਂ, ਕਿਉਂਕਿ ਇਸ ਤਰ੍ਹਾਂ ਦਾ ਪਹਿਲਾਂ ਕਦੀ ਹੋਇਆ ਨਹੀਂਗਾ। ਇਹੋ ਜਿਹੀ ਕੋਈ ਸਰਕਾਰ ਮੈਨੂੰ ਲੱਗਦਾ ਕਿ ਇਹੋ ਜਿਹੀ ਸਖਤੀ ਇਹਨਾਂ ਨੇ ਐਂਟੀਸਪੇਟ ਕੀਤੀ ਨਹੀਂ ਸੀ ਕੋਈ ਸਰਕਾਰ ਏਦਾਂ ਦਾ ਸਟੈਂਡ, ਔਰ ਖਾਸ ਕਰਕੇ ਮੁੱਖ ਮੰਤਰੀ ਲੈ ਲੈਣਗੇ। ਮੈਂ ਇੱਕ ਛੋਟੀ ਜਿਹੀ ਟਿੱਪਣੀ ਹੋਰ ਕਰਨੀ ਚਾਹੁੰਦਾ, ਉਹ ਇਹ ਹੈਗੀ ਹੈ ਕਿ ਇਸ ਸਾਰੇ ਕੁਝ ਦੇ ਵਿੱਚ ਜਦੋਂ ਦੀ ਇਹ ਆਈ ਹੈਗੀ ਹੈ ਵਿਜੀਲੈਂਸ ਬਿਊਰੋ ਦੇ ਉੱਤੇ ਬੜਾ ਸਾਰਿਆਂ ਦਾ ਨਿਸ਼ਾਨਾ ਜੀ, ਵਿਜੀਲੈਂਸ ਬਿਊਰੋ ਐ ਕਰ ਰਿਹਾ, ਵਿਜੀਲੈਂਸ ਬਿਊਰੋ। ਔਰ ਮੈਨੂੰ ਇਹ ਲੱਗਦਾ ਹੈਗਾ ਕਿ ਵੀ ਇਸ ਸਾਰੇ ਦੇ ਵਿੱਚ ਦੇਖੋ ਹਰ ਮਹਿਕਮਾ ਜਿਹੜਾ ਹੈਗਾ ਉਹਦੇ ਵਿੱਚ ਇੱਕ ਬੜਾ ਚੀਫ ਵਿਜੀਲੈਂਸ ਆਫੀਸਰ ਹੁੰਦਾ ਹੈਗਾ, ਇਹਦਾ ਪ੍ਰੋਵੀਜ਼ਨ ਹੈਗਾ, ਰੂਲ ਹੈਗੇ ਨੇ। ਤੁਸੀਂ ਕਿੰਨੇ ਕੁ ਦੇਖੋ ਚੀਫ ਵਿਜੀਲੈਂਸ ਅਫਸਰ ਹੈਗੇ ਨੇ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਜਿਨ੍ਹਾਂ ਨੇ ਕੋਈ ਇਹੋ ਜਿਹੀ ਕੰਪਲੇਂਟ ਆਈ ਹੋਵੇ ਤੇ ਐਕਸ਼ਨ ਲਿਆ ਹੋਇਆ। ਤਾਂ ਇਸ ਕਰਕੇ ਵਿਜੀਲੈਂਸ ਬਿਊਰੋ ਨੂੰ ਉਹ ਕੰਮ ਕਰਨਾ ਪੈ ਰਿਹਾ। ਹੁਣ ਤੱਕ ਵਿਜੀਲੈਂਸ ਬਿਊਰੋ ਪਰ ਇਹੀ ਹੁੰਦਾ ਸੀਗਾ ਕਿ ਜਾਂ ਤਾਂ ਪਟਵਾਰੀ ਫੜ ਲਏ ਤੇ ਜਾਂ ਉਹ ਕਲਰਕ ਫੜ ਲਏ ਜਾਂ ਕੋਈ ਵਿਚਾਰਾ ਹੌਲਦਾਰ ਫੜ ਲਿਆ ਹੈਗਾ। ਇਹ ਕੀ ਗੱਲ ਹੈਗੀ, ਕੀ ਪ੍ਰੋਬਲਮ ਹੋਗੀ ਜੇ ਉਹਨਾਂ ਦਾ ਬੰਦਾ ਫੜ ਲਿਆ ਹੈਗਾ ਤਾਂ ਉਹਨਾਂ ਨੂੰ ਹੀ ਸ਼ੁੱਡ ਫੇਸ ਆਪਣਾ ਦਾ ਯੂਜ਼ਰ, ਜਾਂ ਫਿਰ ਉਹਦੇ ਕੋਲੇ ਲੀਗਲ ਆਪਣੇ ਕੋਲ ਚਾਰਾ ਜੋਈ ਹੈਗੀ ਉਹ ਕਰੇ। ਇੱਕ ਹੋਰ ਮੈਂ ਜਿਹੜੀ ਗੱਲ ਕਰਦਾ ਉਹ ਇਹ ਹੈਗੀ ਹੈ, ਸਰੰਗਲ ਸਾਹਿਬ ਵੀ ਜਾਣਦੇ ਹੋਣਗੇ ਕਿ ਵੀ ਆਹ ਜਿਹੜਾ ਰੌਲਾ ਪਾਇਆ ਸੀ ਨਾ ਵੀ ਤਰੀਕਾਕਾਰ ਕੀ ਹੈ, ਜਿਹੜਾ ਮੇਨ ਉਜਰ ਇਹਨਾਂ ਨੇ ਕੀਤਾ ਸੀਗਾ ਕਿ ਜੀ ਪਰਮਿਸ਼ਨ ਨਹੀਂ ਲਈਗੀ। ਉਹਦੇ ਚ ਹੈਗਾ ਕਿ ਵੀ ਇਸ ਪਿੱਛੇ ਕੋਈ ਲੀਗਲ ਸੈਂਕਟਿਟੀ ਨਹੀਂ ਹੈਗੀ ਕਿ ਇਸ ਪਿੱਛੇ ਵੀ ਜੇ ਕੋਈ ਆਫੀਸਰ ਹੈਗਾ ਤੇ ਉਹਨੂੰ ਜੇ ਅਰੈਸਟ ਕਰਨਾ ਜਾਂ ਕੇਸ ਰਜਿਸਟਰ ਕਰ ਉਹਦੇ ਪਿੱਛੇ ਉਹ ਲਈ ਜਾਵੇ। ਇਟ ਡਜ਼ ਨਾਟ ਸਟੈਂਡ ਲੀਗਲ ਸਕਰੂਟਨੀ। ਪਰ ਇਹਦੇ ਵਿੱਚ ਇਹਨਾਂ ਨੇ ਰਾਈਟਿੰਗ ਦੇ ਵਿੱਚ ਬਕਾਇਦਾ ਨੈਕਸਟ ਕੰਪੀਟੈਂਟ ਅਥਾਰਟੀ, ਮੈਂ ਉਹਦਾ ਨਾਂ ਨਹੀਂ ਲਊਂਗਾ, ਲੇਕਿਨ ਉਹਨਾਂ ਨੇ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਅਗਾਹ ਕੀਤਾ ਸੀ ਵੀ ਆਹ ਕੇਸ ਹੈਗਾ, ਉਸ ਤੋਂ ਬਾਅਦ ਉਹਨਾਂ ਨੇ ਹੱਥ ਪਾਇਆ। ਇਸ ਕਰਕੇ ਜਿਹੜੀ ਵਿਰੋਧਤਾ ਹੋ ਰਹੀ ਹੈਗੀ ਹੈ ਮੈਨੂੰ ਲੱਗਦਾ ਇਹ ਜ਼ਿਆਦਾ ਪੋਲੀਟੀਕਲ ਵਿਰੋਧਤਾ ਜਿਹੜੀ ਨਾਰਨ ਸਾਹਿਬ ਇਉਂ ਲੱਗਦਾ ਪਿਆ ਕਿ ਤੁਹਾਡੀ ਚੁੱਕ ਵਿੱਚ ਆ ਗਈ ਪੀਸੀਐਸ ਆਫੀਸਰ ਐਸੋਸੀਏਸ਼ਨ ਵੀ ਹਾਂ ਚਲੋ ਆਪੋਜੀਸ਼ਨ ਨੇ ਸਟੈਂਡ ਲੈ ਲਿਆ ਭਾਈ ਤੁਰ ਪੋ। ਹੁਣ ਉਹ ਤਾਂ ਰਾਜੂ ਵਿਲੀਅਮ ਵੀ ਕਹਿ ਰਹੇ ਆ ਪ੍ਰੋਪਰ ਚੈਨਲ ਹੱਥ ਪਾਇਆ ਗਿਆ। ਬਿਲਕੁਲ ਦੀ ਗੱਲ ਨਾ ਪੂਰੀ ਤਰ੍ਹਾਂ ਸਹਿਮਤ ਆ। ਇਹਨਾਂ ਨੇ ਬਿਲਕੁਲ ਠੀਕ ਗੱਲ ਕਹੀ ਆ। ਜਿਹੜੀ ਸਰੰਗਲ ਤੋਂ ਗੱਲ ਕਰ ਰਹੇ ਨੇ ਨਾ ਉਹ ਹੁੰਦੀ ਹੈ ਕਿ ਜਦੋਂ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਦੇਣੀ ਆ ਆਫਟਰ ਰਜਿਸਟ੍ਰੇਸ਼ਨ ਆਫ ਐਫਆਈਆਰ ਕਰਨ ਲਈ ਕੋਈ ਸੈਂਕਸ਼ਨ ਰਿਕੁਆਇਰਡ ਨਹੀਂ ਆ। ਜੇ ਕੋਈ ਆਫੀਸਰ ਕਰਾਂਗਾ ਉਹਦੇ ਖਿਲਾਫ ਐਫਆਈਆਰ ਕੀਤੀ ਜਾ ਸਕਦੀ ਹੈ। ਔਰ ਬਿਊਰੋ ਨੇ ਵਧੀਆ ਕੰਮ ਕੀਤਾ। ਜੇ ਭਾਰਤੀ ਜਨਤਾ ਪਾਰਟੀ ਨੂੰ ਤਾਂ ਤੁਸੀਂ ਇਹ ਐਵੇਂ ਬਦਨਾਮ ਕਰਨ ਦਾ ਤਰੀਕਾ ਹੈ, ਸਾਡਾ ਤਾਂ ਉਹਨਾਂ ਨੂੰ ਕੋਈ ਮਤਲਬ ਇੱਥੇ ਸਿਰਫ ਇੱਕ ਸਿੰਪਲ ਜੀ ਗੱਲ ਕਰਦੇ ਆ ਕਿ ਜੇ ਤੁਸੀਂ ਕਿਸੇ ਨੂੰ ਪਕੜਿਆ ਉਹਨੂੰ ਪੂਰੇ ਸਬੂਤਾਂ ਦੇ ਆਧਾਰ ਤੇ ਪਕੜੋ ਤਾਂ ਕਿ ਤੁਹਾਨੂੰ ਕੱਲ ਨੂੰ ਕੋਰਟ 'ਚ ਕੇਸ ਗਿਰ ਨਾ ਜਾਵੇ ਜੋ ਅੱਜ ਤੱਕ ਹੁੰਦਾ ਰਿਹਾ। ਔਰ ਦੂਸਰਾ ਫਿਰ ਰੈਪੀਟੇਸ਼ਨ ਇਹ ਹੈ ਕਿ ਆਪਣੇ ਬੰਦਿਆਂ ਲਈ ਵੀ ਵਿਜੀਲੈਂਸ ਬਿਊਰੋ ਨੂੰ ਕਾਰਵਾਈ ਕਰਨ ਲਈ ਕਹੋ। ਇਹ ਨਹੀਂ ਕਿ ਆਪਾਂ ਵਿਰੋਧੀਆਂ ਤੇ ਬਾਕੀਆਂ ਤੇ ਜਦੋਂ ਫੌਜਾ ਸਿੰਘ ਸਰਾਰੀ ਦੀ ਵੀਡੀਓ ਆ ਹੀ ਗਈ, ਆਡੀਓ ਆ ਗਈ, ਹੁਣ ਤਾਂ ਪੀਐਮ ਜੀ ਨੇ ਬਰਾਈ ਮੰਗਣਾ ਹੀ ਆਫੈਂਸ ਹੈ ਤੇ ਆਪਾਂ ਕਿਸ ਚੀਜ਼ ਦਾ ਇੰਤਜ਼ਾਰ ਕਰਦੇ ਪਏ ਆ। ਕਿਤੇ ਨਾ ਕਿਸੇ ਇਸ ਭ੍ਰਿਸ਼ਟਾਚਾਰ ਦਾ ਸਾਥ ਦੇ ਰਹੀ ਹੈ, ਫੌਜਾ ਸਿੰਘ ਸਰਾਰੀ ਨੂੰ ਸਬੂਤ ਮਿਟਾਉਣ ਦਾ ਮੌਕਾ ਦੇ ਰਹੀ ਹੈ। ਪਹਿਲਾਂ ਉਹਨੂੰ ਭ੍ਰਿਸ਼ਟਾਚਾਰੀ ਉਸ ਤੋਂ 3 ਮਹੀਨੇ ਮੰਤਰੀ ਰੱਖਿਆ, ਹੁਣ ਉਹਨੂੰ ਜੇ ਮੰਤਰੀ ਪਦ ਤੇ ਲਾਤਾ ਤਾਂ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ।
ਔਰ ਇਸ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਦੇ ਨਾਲ ਰਲੇ ਹੋਣ ਦਾ ਸਬੂਤ ਚਾਹੀਦਾ ਕੀ ਹੈ? ਨਹੀਂ ਮਲਹੋਤਰਾ ਸਾਹਿਬ ਆਪੋਜੀਸ਼ਨ ਦਾ ਇਹ ਸਵਾਲ ਤੁਹਾਨੂੰ ਐਡਰੈਸ ਕਰਨਾ ਪੈਣਾ, ਇਹਨੂੰ ਤੁਸੀਂ ਗੋਲਮੋਲ ਨਹੀਂ ਕਰ ਸਕਦੇ। ਮਲਹੋਤਰਾ ਸਾਹਿਬ ਤੁਹਾਨੂੰ ਦੱਸਣਾ ਪੈਣਾ ਮਿਸਟਰ ਸਰਾਰੀ ਤੇ ਕਿਉਂ ਨਹੀਂ ਕਾਰਵਾਈ ਕਰਦੇ ਪਏ, ਸਿੱਧਾ ਸਵਾਲ ਕਰਦੇ ਪਏ, ਤੁਸੀਂ ਉਹਨਾਂ ਨੂੰ ਟਾਈਮ ਦੇ ਰਹੇ ਹੋ ਸਬੂਤ ਮਿਟਾ ਸਕਣ। ਉਹ ਮਲਹੋਤਰਾ ਸਾਹਿਬ ਪਹਿਲਾਂ ਹੀ ਬੜਾ ਟਾਈਮ ਦੇਤਾ। ਜਿਹੜਾ ਸਬੂਤ ਹੈਗਾ ਉਹ ਇਸ ਟਾਈਮ ਪਬਲਿਕ ਡੋਮੇਨ 'ਚ, ਉਹ ਕਿਵੇਂ ਮਿਟ ਜਾਏਗਾ? ਹਾਂ ਇੰਤਜ਼ਾਰ ਕਿਸ ਚੀਜ਼ ਦਾ ਕਰਦੇ ਹੋ? ਉਹਨਾਂ ਤੇ ਜਿਹੜੀ ਫੋਰੈਂਸਿਕ ਟੈਸਟਿੰਗ ਸੀਗੀ ਉਹ ਚੱਲ ਰਹੀ ਸੀਗੀ, ਉਹ ਵੀ ਐਡਵਾਂਸ ਸਟੇਜ 'ਚ ਹੈਗੀ ਹੈ, ਉਹ ਰਿਜ਼ਾਈਨ ਕਰ ਗਏ ਹੈਗੇ ਹੈ, ਔਰ ਜੋ ਬਣਦੀ ਕਾਰਵਾਈ ਆ ਉਹਨਾਂ ਤੇ ਵੀ ਹੋਊਗੀ, ਉਹਨਾਂ ਨੂੰ ਵੀ ਅਸੀਂ ਛੱਡਣ ਨਹੀਂ ਵਾਲੇ ਜੇ ਉਹਨਾਂ ਦਾ ਕਸੂਰ ਵਾਕਈ। ਮਲਹੋਤਰਾ ਸਾਹਿਬ ਅਰੈਸਟ ਹੋਣਗੇ ਮਿਸਟਰ ਸਰਾਰੀ, ਅਰੈਸਟ ਹੋਣਗੇ? ਵਾਟ ਡੂ ਯੂ ਥਿੰਕ? ਦੇਖੋ ਜੀ, ਨਹੀਂ ਆਈ ਐਮ ਨਾਟ ਦ ਫਾਈਨਲ ਵਰਡ ਔਨ ਫਾਈਨਲ ਅਥਾਰਟੀ ਔਨ ਦਿਸ। ਜੇ ਉਹਨਾਂ ਦੀ ਰਿਪੋਰਟ 'ਚ ਆਇਆ ਕਿ ਵੀ ਵਾਕਈ ਉਹ ਸਹੀ ਹੈਗੀ ਹੈ ਤਾਂ ਹੋਏਗੀ ਉਹਨਾਂ ਤੇ ਕਾਰਵਾਈ। ਜੇ ਹੋਇਆ ਕਿ ਡਾਕਟਰ ਹੈਗੀ ਆ ਤਾਂ ਫਿਰ ਤਾਂ ਉਸ ਮੁਤਾਬਕ ਹੋਏਗੀ। ਔਰ ਇੱਥੇ ਮੈਂ ਇੱਕ ਗੱਲ ਦੱਸ ਦੇਣੀ ਚਾਹਨਾ ਹੈ, ਜਿਹੜੇ ਨਾਰੰਗ ਸਾਹਿਬ ਵੀ ਕਹਿੰਦੇ ਸੀ ਕਿ ਪ੍ਰੋਸੀਕਿਊਸ਼ਨ ਲਈ ਸੈਂਕਸ਼ਨ ਚਾਹੀਦੀ ਹੈ। ਸਰ, 2 ਕੇਸਿਸ ਵਿੱਚ ਪ੍ਰੋਸੀਕਿਊਸ਼ਨ ਲਈ ਸੈਂਕਸ਼ਨ ਨਹੀਂ ਚਾਹੀਦੀ। ਇੱਕ ਤਾਂ ਮੈਂ ਰਿਕੁਐਸਟ ਕਰਾਂਗਾ ਸਾਰੇ ਦਰਸ਼ਕ ਆਪਣੇ ਨੈਟ ਤੇ ਸਰਚ ਮਾਰਨ, 10 ਜੁਲਾਈ 2009 ਦੀ ਸੁਪਰੀਮ ਕੋਰਟ ਦੀ ਰੂਲਿੰਗ ਹੈਗੀ ਹੈ ਜਸਟਿਸ ਅਲਤਮਸ ਕਬੀਰ ਤੇ ਮਾਰਕੰਡੇ ਕੱਚੂ ਜੀ ਦੀ ਕਿ ਬਈ ਜੇ ਮਿਸਯੂਜ਼ ਆਫ ਪਾਵਰ ਹੈ ਤਾਂ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਨਹੀਂ ਚਾਹੀਦੀ। ਔਰ ਦੂਸਰਾ 27 ਜੁਲਾਈ 2022 ਦਾ ਹਰਿਆਣਾ ਵਿਜੀਲੈਂਸ ਦਾ ਲੈਟਰ ਹੈਗਾ, ਨੈਟ ਤੇ ਹੀ ਪਿਆ ਕਿ ਜੇ ਐਕਸਪੀਸੀ ਕ੍ਰਿਮੀਨਲ ਟ੍ਰੈਪ ਕੇਸਿਸ ਹੈ ਉਸ ਵਿੱਚ ਵੀ ਪ੍ਰੋਸੀਕਿਊਸ਼ਨ ਲਈ ਸੈਂਕਸ਼ਨ ਨਹੀਂ ਚਾਹੀਦੀ। ਚਲੋ ਹਾਂ ਮਿਸਟਰ ਨਾਰੰਗ ਫਟਾਫਟ ਬੋਲੀਏ ਪਲੀਜ਼ ਜਲਦੀ। ਕਹਿ ਰਿਹਾ ਜਿਹੜੀ ਮਲਹੋਤਰਾ ਜੀ ਗੱਲ ਕਹਿ ਰਹੇ ਨੇ ਕਿ ਫੌਜਾ ਸਿੰਘ ਸਰਾਰੀ ਦੀ ਫੋਰੈਂਸਿਕ 'ਚ ਗਈ ਆ, ਵਿਜੇ ਸਿੰਗਲਾ ਦੀ ਕਿਹੜੀ ਇਹਨਾਂ ਨੇ ਫੋਰੈਂਸਿਕ ਕਰਾਈ ਸੀ? ਉਹ ਤਾਂ 2 ਘੰਟੇ 'ਚ ਅਰੈਸਟ ਪਾਤੀ ਸੀ, 2 ਘੰਟੇ ਪਹਿਲਾਂ ਪਹੁੰਚੀ ਸੀ, 2 ਘੰਟੇ ਉਹਨਾਂ ਤੇ FIR ਹੋਈ ਹੈ ਉਹਨਾਂ ਤੇ। ਚਲੋ ਹਾਂ ਮਿਸਟਰ ਰਾਜੂ ਵਿਲੀਅਮ 30 ਸੈਕਿੰਡ ਪਲੀਜ਼। ਰਾਜੂ ਵਿਲੀਅਮ 30 ਸੈਕਿੰਡ ਪਲੀਜ਼। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸੀਗਾ, ਜਿਹੜੀ ਇਹ ਆਮ ਆਦਮੀ ਪਾਰਟੀ ਦੇ ਬੁਲਾਏ ਕਹਿ ਰਹੇ ਨੇ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈਗੀ, ਇਹ ਤਾਂ ਆ ਜਿਹੜਾ ਪ੍ਰੈਜ਼ੈਂਟ ਹਥਲਾ ਕੇਸ ਜਿਹਦੇ ਤੇ ਆਪਾਂ ਵਿਚਾਰ ਕਰ ਰਹੇ ਹਾਂ, ਚਰਚਾ ਕਰ ਰਹੇ ਹਾਂ, ਇਹਦੇ ਤਾਂ ਹੈਗਾ ਕਿ ਵੀ ਇੱਕ ਅਫੈਂਸ ਕਮਿਟ ਹੋਇਆ ਹੈਗਾ, ਉਹਦੇ ਬੇਸਿਸ ਤੇ ਉਹਨਾਂ ਨੂੰ ਫੜ ਲਿਆ ਹੈਗਾ ਔਰ ਉਹਦੇ ਤੇ ਕੇਸ। ਨਾਰਮਲੀ ਹੁੰਦਾ ਕੀ ਹੈਗਾ ਕਿ ਜਿਹੜੇ ਡਿਸਪ੍ਰੋਪੋਰਸ਼ਨੇਟ ਐਸੈਟ ਕੇਸ ਹੁੰਦੇ ਆ ਨਾ, ਵੀ ਆਮਦਨ ਤੋਂ ਵੱਧ ਸਰੋਤ ਵਾਲੇ ਜਿਹੜੇ ਹੈਗੇ ਹੈ ਉਹਦੇ ਵਿੱਚ ਲਈ ਜਾਂਦੀ ਹੈਗੀ ਹੈ, ਪਰ ਆ ਜਿਹੜੇ ਕੇਸਸ ਹੈਗੇ ਨੇ ਇਹਦੇ ਵਿੱਚ ਕੋਈ ਪ੍ਰੋਸੀਕਿਊਸ਼ਨ ਵਾਲਾ ਉਹ ਨਹੀਂ ਹੈਗਾ। ਚਲੋ ਠੀਕ ਜਿਹੜੀ ਹੈਗੀ ਆ ਉਹ ਠੀਕ ਹੈ। ਸਰੰਗਲ ਸਾਹਿਬ ਲਾਸਟ ਕਮੈਂਟ ਚਾਹੀਦਾ ਤੁਹਾਡਾ 30 ਸੈਕਿੰਡ ਦੇ ਵਿੱਚ। ਸਰੰਗਲ ਸਾਹਿਬ ਜਿਹੜੇ ਪਿਛਲੇ ਮੰਤਰੀਆਂ ਨੂੰ ਹੱਥ ਪੈ ਰਿਹਾ ਉਹਦੇ ਵਿੱਚ ਤਾਂ ਨਹੀਂ ਕਿ ਕਿਤੇ PCS IAS ਅਫਸਰ ਜਿਹੜੇ ਘੇਰੇ 'ਚ ਆ ਰਹੇ ਆ ਤੇ ਸਰਕਾਰ ਨੇ ਕੁਰਕੀ ਉਹ ਦੇਤੀ, ਭਾਈ ਜ਼ਿਆਦਾ ਬੋਲੇ ਤਾਂ ਉਹਨਾਂ ਮਾਮਲਿਆਂ ਵਿੱਚ ਵੀ ਤੁਹਾਨੂੰ ਘੜੀਸਾਂਗੇ। ਦੇਖੋ ਇਹ ਨਾ ਕਰਪਸ਼ਨ ਦੀ ਇੱਕ ਚੇਨ ਹੁੰਦੀ ਹੈ, ਇਹਦੇ ਵਿੱਚ ਪੋਲੀਟੀਸ਼ੀਅਨ ਉਨੀ ਦੇਰ ਕਰਪਸ਼ਨ ਨਹੀਂ ਕਰ ਸਕਦਾ, ਮੰਤਰੀ ਉਨੀ ਦੇਰ ਕਰਪਸ਼ਨ ਨਹੀਂ ਕਰ ਸਕੇਗਾ ਜਿੰਨੀ ਦੇਰ ਉਹਦੇ ਥੱਲੇ ਚਾਹੇ ਉਹ ਸੈਕਟਰੀ ਹੋਏ ਜਾਂ ਡਾਇਰੈਕਟਰ ਹੋਏ, ਈਵਨ ਡਿਪਟੀ ਡਾਇਰੈਕਟਰ ਹੋਏ। ਆਪਾਂ ਦੇਖਿਆ ਜਿੱਥੇ ਚੇਨ ਜਿਹੜੀ ਹੈ ਉਹਦੇ 'ਚ ਕੋਈ ਪਤਾ ਨਹੀਂ ਲੱਗਦਾ, ਮੰਤਰੀਆਂ ਨੇ ਡਿਪਟੀ ਡਾਇਰੈਕਟਰਾਂ ਦੇ ਮਹਿਕਮੇ ਦੇ ਨਾਲ, ਜਿੱਦਾਂ ਕਿ ਰੂਰਲ ਡਿਵੈਲਪਮੈਂਟ 'ਚ ਹੋਇਆ ਸੀਗਾ, ਇਹਦੇ 'ਚ 5 ਡਿਪਟੀ ਡਾਇਰੈਕਟਰ ਇਕੱਠੀ ਜੇਲ੍ਹ 'ਚ ਗਏ ਸੀ, ਯਾਦ ਹੋਏਗਾ ਸਿਵੀ ਰੱਖੇ। ਉਹ ਕੋਈ ਨਾ ਕੋਈ ਐਸਾ ਬੰਦਾ ਲੱਭ ਲੈਂਦੇ ਨੇ ਮਹਿਕਮੇ 'ਚ ਜਿਹਨੂੰ ਫੜ ਕੇ ਤੇ ਉਹਦੇ ਕੋਲੋਂ ਕੰਮ ਕਰਾ ਲੈਂਦੇ ਨੇ, ਫਿਰ ਬਾਕੀ ਨੂੰ ਡੰਮੀ ਕਰ ਦਿੰਦੇ ਨੇ। ਇਸ ਕਰਕੇ ਕਰਪਸ਼ਨ ਦੀ ਚੇਨ ਆ ਉਨੀ ਦੇਰ ਕੰਪਲੀਟ ਹੀ ਨਹੀਂ ਹੋ ਸਕਦੀ ਜਿੰਨਾ ਚਿਰ ਅਧਿਕਾਰੀ ਤੇ ਮੰਤਰੀ ਨਹੀਂ ਮਿਲਦੇ। ਚਲੋ ਬਹੁਤ ਧੰਨਵਾਦ ਸਰੰਗਲ ਸਾਹਿਬ, ਅੱਗੇ ਬਹੁਤ ਧੰਨਵਾਦ ਸਰੰਗਲ ਸਾਹਿਬ। ਤੁਸੀਂ ਆਇਆ ਹੋਇਆ ਇੰਡਸਟਰੀ ਦੇ ਮੰਤਰੀ ਨੂੰ ਫੜਿਆ ਹੈ, ਮੈਨੂੰ ਤਾਂ ਇਹ ਲੱਗਦਾ ਹੈ ਕਿ ਕੱਲਾ ਇਹੀ ਕੇਸ ਇੱਕ ਨਹੀਂ ਆਇਆ ਇੰਡਸਟਰੀ ਦਾ, ਇਹ ਹੁਣ ਚੇਨ ਲੜੀ ਚੱਲਣੀ ਹੈ ਕੇਸਾਂ ਦੀ, ਇਹ ਕੱਲਾ ਕੇਸ ਨਹੀਂ ਹੈਗਾ ਇਹ ਜਿਹੜਾ ਆਪਣਾ ਹੈਗਾ ਗੋਲਮੋਲ ਵਾਲਾ, ਹੋਰ ਵੀ ਕੇਸ ਲਪੇਟੇ ਜਾਣ ਵਾਲੇ। ਚਲੋ ਬਹੁਤ ਧੰਨਵਾਦ ਸਰੰਗਲ ਸਾਹਿਬ, ਬਹੁਤ ਸਪਸ਼ਟ ਟਿੱਪਣੀ ਲਈ ਤੁਹਾਡਾ ਬਹੁਤ ਧੰਨਵਾਦ। ਮਿਸਟਰ ਮਲਹੋਤਰਾ ਤੁਹਾਡਾ ਬਹੁਤ ਧੰਨਵਾਦ, ਰਾਜੂ ਵਿਲੀਅਮ ਤੁਹਾਡਾ ਬਹੁਤ ਧੰਨਵਾਦ, ਲਕੇਸ਼ ਨਾਰੰਗ ਤੁਹਾਡਾ ਬਹੁਤ ਧੰਨਵਾਦ। ਕਰਪਸ਼ਨ ਦੀ ਚੇਨ ਹੈ ਜਿਹੜੀ ਉਹ ਤੋੜਨ ਦੀ ਜ਼ਰੂਰਤ ਹੈਗੀ ਹੈ, ਨੈਕਸਸ ਤੋੜਨ ਦੀ ਜ਼ਰੂਰਤ ਹੈਗੀ ਹੈ। ਕੁਛ ਚਨਿੰਦਾ ਚਿਹਰਿਆਂ ਦੇ ਨਾਲ ਨੈਕਸਸ ਨਹੀਂ ਟੁੱਟਣਾਗਾ, ਉਹਦੀਆਂ ਜੜ੍ਹਾਂ ਖੰਗਾਲਣ ਦੀ ਜ਼ਰੂਰਤ ਹੈਗੀ ਹੈ ਜੇ ਜ਼ੀਰੋ ਟੋਲਰੈਂਸ ਨੀਤੀ ਵਾਕਿਆ ਹੀ ਜ਼ਮੀਨ ਤੇ ਉਤਰਦੀ ਪਈ ਹੈ ਤਾਂ। ਬਹੁਤ ਧੰਨਵਾਦ।